आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 36। शेर खान मंत्री ने कहा कि राजा जी ये परीक्षा मैं खुद करूंगा। राजा ने कहा ठीक है। चाप सिंह ने कहा कि मेरे विआह दे समय मिली सुहाग दी निशानी एक पटका यानी कपड़े दा परना अते कटारी यानी वड्डा चाकू मेरी पत्नी नहीं दे सकदी। जेकर शेर खान ये लै आया तां मैं मान लऊंगा ਅਤੇ ਮੇਰੀ ਪਤਨੀ ਦੇ ਸਰੀਰ ਦਾ ਕੋਈ ਚਿੰਨ੍ਹ ਦੱਸ ਦੇਣਾ। ਮੈਂ ਮੰਨ ਲਊਂਗਾ ਕਿ ਮੇਰੀ ਪਤਨੀ ਧਰਮ ਤੋਂ ਡਿੱਗ ਗਈ ਹੈ। ਸ਼ੇਰ ਖਾਨ ਨੇ ਚਾਪ ਸਿੰਘ ਦੇ ਨਗਰ ਵਿੱਚ ਜਾ ਕੇ ਇੱਕ ਮੁਖਬਰ ਇਸਤਰੀ ਨੂੰ ਕਿਹਾ ਕਿ ਇੱਕ ਚਾਪ ਸਿੰਘ ਫੌਜੀ ਦੀ ਪਤਨੀ ਰਹਿੰਦੀ ਹੈ, ਉਸ ਦੇ ਨਾਲ ਮੇਰਾ ਮਿਲਣ ਕਰਾ ਦੇ, ਤੈਨੂੰ ਬਹੁਤ ਧਨ ਦੇਵਾਂਗਾ। ਉਸ ਇਸਤਰੀ ਨੇ ਕਿਹਾ ਕਿ ਇਹ ਕਿਸੇ ਕੀਮਤ ਉੱਤੇ ਸੰਭਵ ਨਹੀਂ ਹੈ। ਫਿਰ ਸ਼ੇਰ ਖਾਨ ਨੇ ਕਿਹਾ ਕਿ ਕਿਸੇ ਤਰ੍ਹਾਂ ਉਸ ਦੇ ਘਰ ਤੋਂ ਵਿਆਹ ਵਿੱਚ ਮਿਲਣ ਵਾਲੀ ਸੁਹਾਗ ਦੀ ਨਿਸ਼ਾਨੀ ਪਟਕਾ ਤੇ ਕਟਾਰੀ ਲਿਆ ਦੇ, ਚਾਹੇ ਚੁਰਾ ਕੇ ਲਿਆ, ਤੇ ਚਾਪ ਸਿੰਘ ਦੀ ਪਤਨੀ ਸੋਮਵਤੀ ਦੇ ਗੁਪਤੰਗ ਦੇ ਕੋਲ ਜਾ ਜਾਂਗ ਸਾਂਥਲ ਉੱਤੇ ਕੋਈ ਨਿਸ਼ਾਨ ਹੋਵੇ ਤਾਂ ਉਹ ਪਤਾ ਕਰ ਦੇਵੀ। ਉਹ ਇਸਤਰੀ ਮਹਿਮਾਨ ਬਣ ਕੇ ਚਾਪ ਸਿੰਘ ਦੀ ਨਕਲੀ ਬੂਆ ਬਣ ਕੇ ਸੋਮਵਤੀ ਦੇ ਘਰ ਗਈ। ਸੋਮਵਤੀ ਦੇ ਵਿਆਹ ਦੇ ਸਮੇਂ ਤੇ ਪਿੱਛੋਂ ਚਾਪ ਸਿੰਘ ਦੀ ਬੂਆ ਨਹੀਂ ਆਈ ਸੀ। ਬਿਮਾਰ ਹੋਣ ਦੇ ਕਾਰਨ ਵਿਆਹ ਵਿੱਚ ਵੀ ਨਹੀਂ ਆ ਸਕੀ ਸੀ। ਕਈ ਦਿਨ ਰੁਕੀ। ਸੋਮਵਤੀ ਨੂੰ ਇਸ਼ਨਾਨ ਕਰਦੇ ਦੇਖਿਆ ਤਾਂ ਜਾ ਕੇ ਉਸਦੇ ਸੁੰਦਰ ਸਰੀਰ ਦੀ ਪ੍ਰਸ਼ੰਸਾ ਕਰਨ ਦੇ ਬਹਾਨੇ ਅੰਗ-ਅੰਗ ਦੇਖਿਆ। ਸੋਮਵਤੀ ਦੇ ਗੁਪਤੰਗ ਦੇ ਕੋਲ ਵੱਡਾ ਤਿਲ ਸੀ। ਇਹ ਸਭ ਨਿਸ਼ਾਨੀ ਦੇਖ ਕੇ ਮੁਖਬਰ ਪਟਕਾ ਤੇ ਕਟਾਰੀ ਚੁਰਾ ਕੇ ਲੈ ਗਈ ਅਤੇ ਸ਼ੇਰ ਖਾਨ ਮੰਤਰੀ ਨੇ ਰਾਜਾ ਨੂੰ ਦੱਸਿਆ ਕਿ ਮੈਂ ਉਸਦੇ ਨਾਲ ਮਿਲਣ ਕਰਕੇ ਆਇਆ ਹਾਂ। ਉਸਦੀ ਜਾਂਘ ਉੱਤੇ ਕਾਲਾ ਤਿਲ ਹੈ। ਇਹ ਸੁਹਾਗ ਵਸਤੂ ਪਤੀਵਰਤਾ ਕਿਸੇ ਨੂੰ ਨਹੀਂ ਦਿੰਦੀ। ਮੇਰੇ ਪ੍ਰੇਮ ਵਿੱਚ ਅਤੇ ਧਨ ਦੇ ਲਾਲਚ ਵਿੱਚ ਮੈਨੂੰ ਦਿੱਤੀ ਹੈ। ਰਾਜਾ ਨੇ ਸਭਾ ਲਗਾਈ। ਚਾਪ ਸਿੰਘ ਨੂੰ ਬੁਲਾਇਆ, ਕਿਹਾ ਕਿ ਇਹ ਪਟਕਾ ਤੇ ਕਟਾਰੀ ਕਿਸ ਦੀ ਹੈ। ਚਾਪ ਸਿੰਘ ਨੇ ਧਿਆਨ ਨਾਲ ਦੇਖਿਆ ਅਤੇ ਸਵੀਕਾਰਿਆ ਕਿ ਮੇਰੀਆਂ ਹਨ। ਸ਼ੇਰ ਖਾਨ ਨੇ ਕਿਹਾ ਕਿ ਹੋਰ ਦੱਸਾਂ ਸੁਣ, ਤੇਰੀ ਪਤਨੀ ਦੀ ਸੱਜੀ ਜਾਂਘ ਉੱਤੇ ਗੁਪਤ ਅੰਗ ਦੇ ਕੋਲ ਕਾਲਾ ਤਿਲ ਹੈ। ਚਾਪ ਸਿੰਘ ਨੇ ਕਿਹਾ ਕਿ ਇਹ ਸਭ ਸੱਚ ਹੈ, ਪਰੰਤੂ ਮੇਰੀ ਪਤਨੀ ਆਪਣੇ ਧਰਮ ਤੋਂ ਨਹੀਂ ਗਿਰ ਸਕਦੀ। ਰਾਜਾ ਨੇ ਕਿਹਾ ਕਿ ਤੂੰ ਹੁਣ ਵੀ ਉਹੀ ਰੱਟ ਲਗਾ ਰਿਹਾ ਹੈ, ਤੂੰ ਝੂਠਾ ਹੈ। ਤੈਨੂੰ ਅੱਜ ਤੋਂ 1 ਮਹੀਨੇ ਬਾਅਦ ਫਾਂਸੀ ਦੇ ਦਿੱਤੀ ਜਾਏਗੀ। ਤੇਰੀ ਜੋ ਅੰਤਿਮ ਇੱਛਾ ਹੋਵੇ ਉਹ ਦੱਸ। ਚਾਪ ਸਿੰਘ ਨੇ ਕਿਹਾ ਕਿ ਮੈਂ ਆਪਣੀ ਪਤਨੀ ਨੂੰ ਮਿਲਣਾ ਚਾਹੁੰਦਾ ਹਾਂ। ਰਾਜਾ ਨੇ ਆਗਿਆ ਦੇ ਦਿੱਤੀ। ਚਾਪ ਸਿੰਘ ਆਪਣੀ ਪਤਨੀ ਦੇ ਕੋਲ ਗਿਆ। ਉਸ ਨੂੰ ਬੇਵਫਾਈ ਦੇ ਕਾਰਨ ਊਂਚ ਨੀਚ ਕਿਹਾ ਅਤੇ ਦੱਸਿਆ ਕਿ ਮੈਨੂੰ ਉਸ ਦਿਨ ਤੇਰੇ ਕਾਰਨ ਫਾਂਸੀ ਲੱਗੇਗੀ। ਸੋਮਵਤੀ ਨੇ ਦੱਸਿਆ ਕਿ ਤੁਹਾਡੀ ਬੂਆ ਦਾ ਨਾਮ ਲੈ ਕੇ ਇੱਕ ਇਸਤਰੀ ਆਈ ਸੀ। ਉਸਨੇ ਮੇਰੇ ਅੰਗ ਦਾ ਚਿੰਨ੍ਹ ਦੇਖਿਆ ਤੇ ਪਟਕਾ ਅਤੇ ਕਟਾਰੀ ਲੈ ਗਈ। ਚਾਪ ਸਿੰਘ ਨੇ ਦੱਸਿਆ ਕਿ ਮੰਤਰੀ ਸ਼ੇਰ ਖਾਨ ਆਇਆ ਸੀ, ਉਸਨੇ ਇਹ ਸਭ ਸਾਜ਼ਿਸ਼ ਰਚਿਆ ਹੈ। ਚਾਪ ਸਿੰਘ ਵਾਪਸ ਆ ਗਿਆ। ਫਾਂਸੀ ਵਾਲੇ ਦਿਨ ਤੋਂ 1 ਸਪਤਾਹ ਪਹਿਲਾਂ ਸੋਮਵਤੀ ਰਾਜਾ ਦੀ ਨਗਰੀ ਵਿੱਚ ਇੱਕ ਨਰਿਤਕੀ ਯਾਨੀ ਨੱਚਣ ਵਾਲੀ ਬਣ ਕੇ ਗਈ ਅਤੇ ਰਾਜਾ ਨੂੰ ਨ੍ਰਿਤ ਦਿਖਾਉਣ ਦੇ ਲਈ ਕਿਹਾ। ਰਾਜਾ ਨੇ ਆਗਿਆ ਦੇ ਦਿੱਤੀ। ਪੂਰੇ ਸਭਾਸਦ ਉਪਸਥਿਤ ਸਨ। ਮੰਤਰੀ ਸ਼ੇਰ ਖਾਨ ਵੀ ਉਪਸਥਿਤ ਸੀ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 37। नरितकी दे नृत नाल राजा अते प्रसन्न होया अते नरितका नू कहा कि मंगो, की मंगदी हो, मैं अते प्रसन्न हा। नरितकी ने कहा कि वचनबद्ध हो जाओ तद मंगूंगी। राजा ने कहा कि राज दे इलावा कुछ भी मंग, मैं वचनबद्ध हा। नरितकी ने कहा कि आप दी सभा विच मेरा चोर है, मेरे घर तो चोरी करके लियाया है। शेर खान मंत्री नाम है, उसनू फांसी दी सजा दिती जाए। शेर खान नू राजा ने कहा कि दस शेर खान किन्नी सच्चाई है। शेर खान बोलिया कि हे परवरदिगार, मैं तां इस औरत दी अज तो पहला कदी शक्ल भी नहीं देखी सी। तद सोमवती ने कहा कि जेकर मेरी शक्ल नहीं देखी सी तां ये पटका अते कटार किसदे घरों चोरी करके लियाया। मैं उस चाप सिंह दी पतिवर्ता पत्नी हाँ जिस नू तेरी झूठ दे कारण फांसी दिती जा रही है। चाप सिंह नू बुलाया गया। राजा ने चाप सिंह नू अद्धा राज सौंप दिता अते मुआफ कर दिता अते शेर खान मंत्री नू फांसी दी सजा दिती गई। धन है अजिहिया बेटियां जिन्हां उत्ते नाज भारत नू। गरीबदास जी नू परमेश्वर कबीर जी ने दस्सिया सी कि तुरा ना तीखा कूदना पुरुष नहीं रणतीर, नहीं पदमनी नगर में या मोटी तकसीर। भाव अर्थ कबीर जी ने दस्सिया कि गरीबदास जिस नगर ते देश विच तुरा यानी घोड़ा तेज दौड़न ते ऊंचा कुद्दन वाला नहीं है अते नागरिक रणवीर यानी सूरवीर नहीं हन, अते जिस देश ते नगर विच पदमनी भाव पतिवर्ता इस्त्री नहीं है,
ਤਾਂ ਇਹ ਮੋਟੀ ਤਕਸੀਰ ਯਾਨੀ ਬਹੁਤ ਵੱਡੀ ਗਲਤੀ ਹੈ, ਭਾਵ ਕਮੀ ਹੈ। ਇਸ ਪ੍ਰਕਾਰ ਦਾ ਚਰਿੱਤਰਵਾਨ ਇਸਤਰੀ ਪੁਰਸ਼ ਦੋਨਾਂ ਦਾ ਹੋਣਾ ਜ਼ਰੂਰੀ ਹੈ। ਵਿਆਹ ਦੇ ਪਿੱਛੋਂ ਸਸੁਰਾਲ ਵਿੱਚ ਕੁਝ ਲੜਕੀਆਂ ਸਾਰੇ ਸ਼ਿੰਗਾਰ ਕਰਦੀਆਂ ਹਨ, ਸਜ ਤਜ ਕੇ ਗਲੀਆਂ ਵਿੱਚੋਂ ਗੁਜ਼ਰਦੀਆਂ ਹਨ, ਅਜੀਬੋ ਗਰੀਬ ਹਰਕਤ ਕਰਦੀਆਂ ਹਨ, ਅਸਹਿਜ ਲੱਗਣ ਵਾਲੇ ਭੜਕੀਲੇ ਚਮਕੀਲੇ ਵਸਤਰ ਪਹਿਨ ਕੇ ਬਾਜ਼ਾਰ ਜਾਂ ਖੇਤਾਂ ਵਿੱਚ ਜਾ ਪਾਣੀ ਲੈਣ ਨਲ ਜਾਂ ਖੂਹ ਉੱਤੇ ਜਾਂਦੀਆਂ ਹਨ। ਉਹਨਾਂ ਦਾ ਉਦੇਸ਼ ਕੀ ਹੁੰਦਾ ਹੈ? ਸਪਸ਼ਟ ਹੈ ਕਿ ਆਪਣੇ ਪਤੀ ਦੇ ਇਲਾਵਾ ਹੋਰ ਪੁਰਸ਼ਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ, ਆਪਣੀ ਸੁੰਦਰਤਾ ਤੇ ਵੈਭਵ ਦਾ ਪ੍ਰਦਰਸ਼ਨ ਕਰਨਾ, ਜੋ ਇੱਕ ਚੰਗੀ ਬਹੂ ਬੇਟੀ ਦੇ ਲੱਛਣ ਨਹੀਂ ਹਨ। ਜੇਕਰ ਕਹੀਏ ਕਿ ਪਤੀ ਨੂੰ ਪ੍ਰਸੰਨ ਕਰਨ ਦੇ ਲਈ ਅਜਿਹਾ ਕਰਦੀਆਂ ਹਨ ਤਾਂ ਉਹ ਘਰ ਤੱਕ ਹੀ ਚੰਗਾ ਹੁੰਦਾ, ਪਰੰਤੂ ਅਜਿਹੇ ਲੱਛਣ ਮਨ ਵਿੱਚ ਦੋਸ਼ ਦੇ ਪ੍ਰਤੀਕ ਹੁੰਦੇ ਹਨ। ਸਧਾਰਨ ਵਸਤਰ ਪਹਿਨਣੇ ਚਾਹੀਦੇ ਹਨ, ਚਾਹੇ ਮਹਿੰਗੇ ਹੋਣ ਚਾਹੇ ਸਸਤੇ। ਭੈਣ ਬੇਟੀ ਦੀ ਨਜ਼ਰ ਸਾਹਮਣੇ 12 ਫੁੱਟ ਤੱਕ ਰਹਿਣੀ ਚਾਹੀਦੀ ਹੈ। ਚੱਲਦੇ ਬੈਠਦੇ ਉੱਠਦੇ ਸਮੇਂ ਧਿਆਨ ਰੱਖਣ ਕਿ ਕੋਈ ਅਜਿਹੀ ਗਤੀਵਿਧੀ ਨਾ ਹੋ ਜਾਏ ਜੋ ਕਿਸ ਦੇ ਲਈ ਉਤਪ੍ਰੇਰਕ ਹੋਵੇ। ਇਸਤਰੀ ਦੀ ਗਲਤ ਗਤੀਵਿਧੀ ਤੋਂ ਲਫੰਡਰ ਲੋਕਾਂ ਦਾ ਹੌਸਲਾ ਵੱਧਦਾ ਹੈ, ਉਹ ਪਰੇਸ਼ਾਨ ਕਰਦੇ ਹਨ। ਮਹਿਲਾ ਦਾ ਹੱਸ ਕੇ ਗੱਲਾਂ ਕਰਨਾ ਉਤਪ੍ਰੇਰਕ ਤੇ ਅਸਭਿਅਕ ਹੁੰਦਾ ਹੈ, ਜੋ ਸਮਾਜਿਕ ਬੁਰਾਈ ਹੈ। ਜਿਵੇਂ ਭੈਣ ਬੇਟੀ ਬਹੂ ਯਾਨੀ ਜਵਾਨ ਲੜਕੀ ਆਪਣੇ ਪਰਿਜਨਾਂ ਦੇ ਨਾਲ ਰਹਿੰਦੀ ਹੈ, ਅਜਿਹਾ ਹੀ ਆਚਰਣ ਘਰ ਤੋਂ ਬਾਹਰ ਹੋਣਾ ਚਾਹੀਦਾ ਹੈ। ਉਸ ਦੀ ਪ੍ਰਸ਼ੰਸਾ ਸਭਿਅਕ ਸਮਾਜ ਕਰਿਆ ਕਰਦਾ ਹੈ। ਹੋਰ ਜਵਾਨ ਲੜਕੇ ਨੂੰ ਉਸ ਦਾ ਉਦਾਹਰਣ ਦੱਸਦੇ ਹਨ। ਜੇਕਰ ਪੈਟਰੋਲ ਨੂੰ ਚਿੰਗਾਰੀ ਨਹੀਂ ਮਿਲੇਗੀ ਤਾਂ ਉਹ ਵਿਸਫੋਟਕ ਨਹੀਂ ਹੁੰਦਾ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 38। ਇਸ ਦੇ ਵਿਪਰੀਤ ਉਪਰੋਕਤ ਗਤੀਵਿਧੀ ਕਰਨਾ ਸਮਾਜ ਵਿੱਚ ਅੱਗ ਲਗਾਉਣਾ ਹੈ। ਇਹ ਜਵਾਨ ਔਰਤ ਤੇ ਮਰਦ ਦੋਨਾਂ ਉੱਤੇ ਲਾਗੂ ਹੁੰਦੀਆਂ ਹਨ। ਜਵਾਨੀ ਬਾਰੂਦ ਦੀ ਤਰ੍ਹਾਂ ਹੁੰਦੀ ਹੈ, ਜੇਕਰ ਕੋਈ ਚੰਗਾਰੀ ਲੱਗ ਜਾਏ ਤਾਂ ਸਰਵਨਾਸ਼ ਹੋ ਜਾਂਦਾ ਹੈ, ਜੇਕਰ ਨਹੀਂ ਲੱਗੇ ਤਾਂ ਸਾਲਾਂ ਤੱਕ ਸੁਰੱਖਿਅਤ ਰਹਿੰਦੀ ਹੈ। ਹਰੇਕ ਪੁਰਸ਼ ਚਾਹੁੰਦਾ ਹੈ ਕਿ ਮੇਰੀ ਬੇਟੀ ਭੈਣ ਬਹੂ ਅੱਛੇ ਚਰਿੱਤਰ ਵਾਲੀ ਹੋਵੇ। ਪਿੰਡ ਨਗਰ ਵਿੱਚ ਕੋਈ ਇਹ ਨਾ ਕਹੇ ਕਿ ਉਹਨਾਂ ਦਾ ਖਾਨਦਾਨ ਐਸਾ ਵੈਸਾ ਹੈ। ਜਦ ਅਸੀਂ ਕਿਸੇ ਜਵਾਨ ਔਰਤ ਨੂੰ ਦੇਖਦੇ ਹਾਂ ਅਤੇ ਮਨ ਵਿੱਚ ਦੋਸ਼ ਉਤਪੰਨ ਹੋਵੇ ਤਾਂ ਤੁਰੰਤ ਵਿਚਾਰ ਕਰੋ ਕਿ ਜੇਕਰ ਕੋਈ ਸਾਡੀ ਬੇਟੀ ਭੈਣ ਬਹੂ ਦੇ ਵਿਸ਼ੇ ਵਿੱਚ ਗਲਤ ਵਿਚਾਰ ਕਰੇ ਅਤੇ ਦੁਸ਼ਕਰਮ ਦੇ ਉਦੇਸ਼ ਨਾਲ ਕੁਝ ਅਟਪਟੀ ਗਤੀਵਿਧੀ ਯਾਨੀ ਵਿਅੰਗ ਕਰਕੇ ਆਪਣੇ ਦੁਸ਼ਵਿਚਾਰਾਂ ਨੂੰ ਪ੍ਰਗਟ ਕਰੇ, ਗਲਤ ਕਰੇ, ਅੱਖਾਂ ਨੂੰ ਝਟਕਾਏ ਮਟਕਾਏ, ਟੇਢੀ ਮੇਢੀ ਨਜ਼ਰ ਨਾਲ ਦੇਖੇ, ਐਸੀ ਗਲਤ ਹਰਕਤ ਕਰੇ ਤਾਂ ਕਿਹੋ ਜਿਹਾ ਲੱਗੇਗਾ? ਉੱਤਰ ਸਪਸ਼ਟ ਹੈ ਕਿ ਟੰਗਾ ਤੋੜ ਦਿਆਂਗੇ। ਜੋ ਨਿਰਬਲ ਹਨ ਉਹ ਇਕਾਂਤ ਵਿੱਚ ਬੈਠ ਕੇ ਰੋਣਗੇ। ਉਸ ਸਮੇਂ ਵਿਚਾਰ ਕਰੋ ਕਿ ਜੈਸਾ ਦਰਦ ਆਪਨੇ ਹੋਵੇ ਐਸਾ ਜਾਨ ਬਿਰਾਣੇ, ਜੋ ਆਪਨੇ 100 ਔਰ ਕਹਿ ਏਕੈ ਪੀੜ ਪਿਛਾਣੇ। ਸਮਾਧਾਨ परमेश्वर कबीर जी ने दस्या है कि कबीर पर नारी को देखिए बहन बेटी के भाव के कबीर काम यानी सैकस नाश का यही सहज उपाय। यौन उत्पीड़न दे प्रेरक फिल्मां जिन्हां विच नकली बनावटी कहानियां ते आदावा दिखाईया जांदियां हन, जिन्हां नूं देख के जवान बच्चे उस दी नकल करके बेशर्म होण लगदे हन। ਜਿਹੜੀ ਗਤੀਵਿਧੀ ਫਿਲਮ ਵਿੱਚ ਦਿਖਾਈ ਜਾਂਦੀ ਹੈ ਵੈਸੀ ਗਤੀਵਿਧੀ ਨਾ ਘਰ ਵਿੱਚ ਨਾ ਗਲੀ ਵਿੱਚ ਨਾ ਸੱਭਿਅਕ ਸਮਾਜ ਵਿੱਚ ਕੀਤੀ ਜਾ ਸਕਦੀਆਂ ਹਨ ਤਾਂ ਉਹਨਾਂ ਨੂੰ ਦੇਖਣ ਦਾ ਉਦੇਸ਼ ਕੀ ਰਹਿ ਜਾਂਦਾ ਹੈ? ਕੁਝ ਨਹੀਂ, ਕੇਵਲ ਬਹਾਨਾ ਹੈ ਮਨੋਰੰਜਨ। ਉਹੀ ਮਨੋਰੰਜਨ ਸਮਾਜ ਨਾਸ਼ ਦਾ ਮੂਲ ਕਾਰਨ ਹੈ। ਮੇਰੇ ਯਾਨੀ ਲੇਖਕ ਦੇ ਅਨੁਆਈ ਬਿਲਕੁਲ ਵੀ ਫਿਲਮ ਨਹੀਂ ਦੇਖਦੇ। ਅਸ਼ਲੀਲ ਰਾਗਨੀ ਫਿਲਮੀ ਗਾਣੇ ਸਾਂਗ ਯਾਨੀ ਸਵਾਂਗ ਤੇ ਅਸ਼ਲੀਲ ਚਰਚਾ ਜੋ ਨਿਕੰਮੇ ਯੁਵਾ ਕਰਦੇ ਹਨ ਉਹਨਾਂ ਦੀ ਸੰਗਤ ਵਿੱਚ ਚੰਗੇ ਜਵਾਨ ਵੀ ਪ੍ਰੇਰਿਤ ਹੋ ਕੇ ਬਕਵਾਦ ਕਰਨ ਲੱਗ ਜਾਂਦੇ ਹਨ। ਕਬੀਰ ਪਰਮੇਸ਼ਵਰ ਜੀ ਨੇ ਕਿਹਾ ਹੈ ਕਿ ਕਥਾ ਕਰੋ ਕਰਤਾਰ ਕੀ, ਸੁਨੋ ਕਥਾ ਕਰਤਾਰ ਕਾਮ ਯਾਨੀ ਸੈਕਸ ਕਥਾ ਸੁਨੋ ਨਹੀਂ ਕਹੇ ਕਬੀਰ ਵਿਚਾਰ। ਭਾਵ ਅਰਥ ਕਬੀਰ ਪਰਮੇਸ਼ਵਰ ਜੀ ਨੇ ਸਮਝਾਇਆ ਹੈ ਕਿ ਜਾਂ ਤਾਂ ਪਰਮਾਤਮਾ ਦੀ ਮਹਿਮਾ ਦਾ ਗੁਣਗਾਨ ਯਾਨੀ ਕਥਾ ਕਰੋ ਜਾਂ ਕਿਤੇ परमात्मा दी चर्चा यानी कथा हो रही हो तो वो सुनो। काम यानी अश्लील चर्चा कदी ना सुनना। कबीर जी ने ये विचार यानी मत दस्या है। विशेष मंथन काम यानी सैकस प्रक्रिया नूं विशेष विवेक दे नाल समझो। पति पत्नी मिलन नूं समाज मानता दिंदा है कि आप दोनों परस्पर संतान उत्पन्न करो। सब दे माता पिता ने संतान उत्पत्ति दी प्रक्रिया कीती जिस नूं संभोग कहंदे हन कीता, जिस नाल अपना ते अपने भाई भैन दा जन्म होया। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 39। ਤਾਂ ਵਿਚਾਰ ਕਰੋ ਕਿ ਇਹ ਕਿਰਿਆ ਕਿੰਨੀ ਪਵਿੱਤਰ ਤੇ ਅੱਛੀ ਹੈ ਜਿਸ ਨਾਲ ਆਪਾਂ ਨੂੰ ਅਣਮੋਲ ਮਾਨਵ ਸਰੀਰ ਮਿਲਿਆ ਹੈ।
ਕੋਈ ਡਾਕਟਰ ਬਣਿਆ, ਕੋਈ ਸੈਨਿਕ, ਕੋਈ ਮੰਤਰੀ ਤੇ ਕੋਈ ਇੰਜੀਨੀਅਰ ਬਣਿਆ ਹੈ। ਕੋਈ ਕਿਸਾਨ ਬਣਿਆ ਹੈ ਜਿਸਨੇ ਸਭ ਨੂੰ ਅੰਨ ਦਿੱਤਾ। ਕੋਈ ਮਜ਼ਦੂਰ ਬਣਿਆ ਜਿਸਨੇ ਆਪਦੇ ਮਹਿਲ ਖੜੇ ਕੀਤੇ। ਕੋਈ ਕਾਰੀਗਰ ਬਣਿਆ। ਮਾਨਵ ਸਰੀਰ ਵਿੱਚ ਅਸੀਂ ਭਗਤੀ, ਦਾਨ, ਧਰਮ ਦੇ ਕਰਮ ਕਰਕੇ ਆਪਣੇ ਜੀਵ ਦਾ ਕਲਿਆਣ ਕਰਾ ਸਕਦੇ ਹਾਂ। ਸੰਭੋਗ ਕਿਰਿਆ ਇਹ ਹੈ। ਇਸ ਨੂੰ ਕਿੰਨਾ ਹੀ ਬਕਵਾਦ ਕਰਕੇ, ਰਾਗਨੀ ਗਾ ਕੇ, ਫਿਲਮੀ ਗਾਣੇ ਗਾ ਸੁਣਾ ਕੇ ਮਲੀਨ ਵਾਸ਼ਨਾ ਰੂਪ ਦਿਓ, ਗੱਲ ਇੰਨੀ ਹੀ ਹੈ। ਇਹ ਪਰਦੇ ਵਿੱਚ ਕਰਨਾ ਸਭਿਅਤਾ ਹੈ। ਪਸ਼ੂ ਪੰਛੀ ਪ੍ਰਜਨਨ ਕਿਰਿਆ ਕਰਦੇ ਹਨ ਜੋ ਖੁੱਲੇ ਵਿੱਚ ਕਰਦੇ ਹਨ, ਜੋ ਚੰਗਾ ਜਿਹਾ ਨਹੀਂ ਲੱਗਦਾ। ਮਾਨਵ ਸੱਭਿਅਕ ਪ੍ਰਾਣੀ ਹੈ। ਉਸ ਨੂੰ ਪਰਦਿਆਂ ਵਿੱਚ ਤੇ ਮਰਿਆਦਾ ਵਿੱਚ ਰਹਿ ਕੇ ਸਭਿਅਤਾ ਨੂੰ ਬਣਾਏ ਰੱਖਣਾ ਹੈ। ਉਪਰੋਕਤ ਵਿਚਾਰ ਪੜ੍ਹ ਕੇ ਆਪ ਵਿੱਚ ਕਿਸੇ ਭੈਣ, ਬੇਟੀ, ਬਹੂ ਦੇ ਵੱਲ ਦੇਖ ਕੇ ਅਸ਼ਲੀਲ ਵਿਚਾਰ ਉਤਪੰਨ ਨਹੀਂ ਹੋ ਸਕਦੇ। ਇਹੀ ਕਿਰਿਆ ਦਾਦਾ ਦਾਦੀ ਨੇ ਕੀਤੀ ਜਿਸ ਨਾਲ ਆਪਣੇ ਪਿਤਾ ਜੀ ਦਾ ਜਨਮ ਹੋਇਆ। ਨਾਨਾ ਨਾਨੀ ਨੇ ਕੀਤੀ ਜਿਸ ਤੋਂ ਮਾਤਾ ਜੀ ਦਾ ਜਨਮ ਹੋਇਆ। ਜਿਨ੍ਹਾਂ ਮਾਤਾ ਪਿਤਾ ਨੇ ਆਪਾਂ ਨੂੰ ਉਤਪੰਨ ਕੀਤਾ, ਪਾਲਿਆ ਪੋਸਿਆ, ਕਿੰਨੇ ਚੰਗੇ ਹਨ। ਆਪਣੇ ਮਾਤਾ ਪਿਤਾ ਜਿਨ੍ਹਾਂ ਦੀ ਉਤਪੱਤੀ ਵੀ ਕਾਮ ਕਿਰਿਆ ਨਾਲ ਹੋਈ। ਤਾਂ ਇਹ ਕੀ ਅਸ਼ਲੀਲ ਹੈ? ਇਸ ਨੂੰ ਖਾਨਾਬ ਦੋਸ਼ ਲੋਕ ਅਸ਼ਲੀਲਤਾ ਨਾਲ ਪੇਸ਼ ਕਰ ਅਸ਼ਲੀਲ ਰੰਗ ਦੇ ਕੇ ਸਮਾਜ ਵਿੱਚ ਅੱਗ ਲਗਾਉਂਦੇ ਹਨ। ਦੇਸ਼ ਦੇ ਸੰਵਿਧਾਨ ਵਿੱਚ ਪ੍ਰਾਵਧਾਨ ਹੈ ਕਿ ਜੇਕਰ ਕੋਈ ਪੁਰਸ਼ ਕਿਸੇ ਇਸਤਰੀ ਨਾਲ ਛੇੜਛਾੜ ਕਰਦਾ ਹੈ ਤਾਂ ਉਸ ਨੂੰ 3 ਸਾਲ ਦੀ ਸਜ਼ਾ ਦਿੱਤੀ ਜਾਂਦੀ ਹੈ। ਜੇਕਰ ਕਿਸੇ ਇਸਤਰੀ ਨਾਲ ਰੇਪ ਕਰਦਾ ਹੈ ਤਾਂ 10 ਸਾਲ ਦੀ ਸਜ਼ਾ ਹੁੰਦੀ ਹੈ। ਕਾਨੂੰਨ ਦਾ ਗਿਆਨ ਹੋਣ ਨਾਲ ਇਨਸਾਨ ਬੁਰਾਈ, ਦੁਰਾਚਾਰ ਤੋਂ ਡਰਦਾ ਹੈ। ਕਾਨੂੰਨ ਦਾ ਗਿਆਨ ਹੋਣਾ ਜ਼ਰੂਰੀ ਵੀ ਹੈ। ਇਸ ਤਰ੍ਹਾਂ ਦੇ ਪਾਪ ਕਾਲ ਬ੍ਰਹਮ ਕਰਵਾਉਂਦਾ ਹੈ। ਕਾਲ ਕੌਣ ਹੈ ਜਾਣੋ। ਸ੍ਰਿਸ਼ਟੀ ਰਚਨਾ ਵਿੱਚ ਇਸੇ ਪੁਸਤਕ ਦੇ ਪੰਨਾ ਨੰਬਰ 254 ਉੱਤੇ ਫਿਲਮ ਨਹੀਂ ਦੇਖਣੀ ਹੈ। ਫਿਲਮ ਬਣਾਵਟੀ ਕਹਾਣੀ ਹੁੰਦੀ ਹੈ ਜਿਸ ਨੂੰ ਦੇਖਦੇ ਸਮੇਂ ਅਸੀਂ ਭੁੱਲ ਜਾਂਦੇ ਹਾਂ ਕਿ ਜੋ ਪਾਤਰ ਹਨ ਉਹ ਰੋਜੀ ਰੋਟੀ ਦੇ ਲਈ ਧੰਦਾ ਚਲਾ ਰਹੇ ਹਨ। ਕਰੋੜਾਂ ਰੁਪਏ ਇੱਕ ਫਿਲਮ ਵਿੱਚ ਕੰਮ ਕਰਨ ਦੇ ਲੈਂਦੇ ਹਨ। ਭੋਲੇ ਜਵਾਨ ਲੜਕੇ ਵਿਵੇਕ ਗੁਆ ਕੇ ਉਹਨਾਂ ਦੇ ਫੈਨ ਯਾਨੀ ਪ੍ਰਸ਼ੰਸਕ ਬਣ ਜਾਂਦੇ ਹਨ। ਉਹ ਆਪਣਾ ਧੰਦਾ ਚਲਾ ਰਹੇ ਹਨ। ਆਪ ਮੂਰਖ ਬਣ ਕੇ ਸਿਨੇਮਾ ਦੇਖਣ ਵਿੱਚ ਧਨ ਬੇਅਰਥ ਕਰਦੇ ਹੋ। ਜਿਸ ਹੀਰੋ ਹੀਰੋਇਨ ਦੇ ਆਪ ਫੈਨ ਬਣੇ ਹੋ, ਆਪ ਉਹਨਾਂ ਦੇ ਘਰ ਜਾ ਕੇ ਦੇਖੋ। ਉਹ ਆਪ ਨੂੰ ਪਾਣੀ ਵੀ ਨਹੀਂ ਪਿਲਾਉਣਗੇ। ਚਾਹ ਖਾਣਾ ਤਾਂ ਦੂਰ ਦੀ ਕੌੜੀ ਹੈ। ਵਿਚਾਰ ਕਰੋ ਕਿ ਮੈਂ ਲੱਡੂ ਖਾ ਰਿਹਾ ਹਾਂ ਅਤੇ ਆਪ ਦੇਖ ਰਹੇ ਹੋ। ਆਪ ਕਹਿ ਰਹੇ ਹੋ ਕਿ ਵਾਹ, ਲੱਡੂ ਬਹੁਤ ਸਟਾਈਲ ਨਾਲ ਖਾ ਰਿਹਾ ਹੈ। ਆਪ ਨੂੰ ਕੀ ਮਿਲਿਆ? ਇਹੀ ਦਸ਼ਾ ਫਿਲਮੀ ਐਕਟਰਾਂ ਤੇ ਦਰਸ਼ਕਾਂ ਦੀ ਹੈ। ਅਸੀਂ ਆਪਣੀ ਸੋਚ ਬਦਲਣੀ ਹੈ। ਜਿਵੇਂ ਅਸੀਂ ਅਸ਼ਲੀਲ ਮੂਰਤੀਆਂ ਦੇਖਦੇ ਹਾਂ ਤਾਂ ਅਸ਼ਲੀਲਤਾ ਉਤਪੰਨ ਹੁੰਦੀ ਹੈ ਕਿਉਂਕਿ ਉਸ ਉਤੇਜਕ ਮੂਰਤੀ ਨੇ ਅੰਦਰ ਚਿੰਗਾਰੀ ਲਗਾ ਦਿੱਤੀ। ਪੈਟਰੋਲ ਸੁਲਗਣ ਲੱਗਾ। ਅਜਿਹੀਆਂ ਤਸਵੀਰਾਂ ਨੂੰ ਤਿਲਾਂਜਲੀ ਦੇ ਦੇਵੋ। ਜਿਵੇਂ ਅਸੀਂ ਦੇਸ਼ ਭਗਤਾਂ ਦੀ ਜੀਵਨੀ ਪੜ੍ਹਦੇ ਹਾਂ ਅਤੇ ਮੂਰਤੀ ਦੇਖਦੇ ਹਾਂ ਤਾਂ ਸਾਡੇ ਅੰਦਰ ਦੇਸ਼ ਭਗਤੀ ਦੀ ਪ੍ਰੇਰਨਾ ਹੁੰਦੀ ਹੈ। ਅਜਿਹੀਆਂ ਤਸਵੀਰਾਂ ਘਰ ਵਿੱਚ ਹੋਣ ਤਾਂ ਕੋਈ ਹਾਨੀ ਨਹੀਂ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 40। ਜੇਕਰ ਅਸੀਂ ਸਾਧੂ ਸੰਤ ਫਕੀਰਾਂ ਅਤੇ ਚੰਗੇ ਚਰਿੱਤਰਵਾਨ ਨਾਗਰਿਕਾਂ ਦੀ ਜੀਵਨੀ ਪੜ੍ਹਦੇ ਸੁਣਦੇ ਹਾਂ ਤਾਂ ਸਾਰੇ ਦੋਸ਼ ਸ਼ਾਂਤ ਹੋ ਕੇ ਅਸੀਂ ਚੰਗੇ ਨਾਗਰਿਕ ਬਣਨ ਦਾ ਵਿਚਾਰ ਕਰਦੇ ਹਾਂ। ਇਸ ਲਈ ਸਾਨੂੰ ਸੰਤ ਅਤੇ ਸਤਸੰਗ ਦੀ ਬਹੁਤ ਜ਼ਰੂਰਤ ਹੈ। ਜਿੱਥੇ ਚੰਗੇ ਵਿਚਾਰ ਦੱਸੇ ਜਾਂਦੇ ਹਨ, ਅਸੀਂ ਆਪਣੀ ਛੋਟੀ ਜਿਹੀ ਬੇਟੀ ਨੂੰ ਇਸ਼ਨਾਨ ਕਰਾਉਂਦੇ ਹਾਂ, ਵਸਤਰ ਪਹਿਨਾਉਂਦੇ ਹਾਂ। ਇਸ ਪ੍ਰਕਾਰ ਸਭ ਕਰਦੇ ਹਨ। ਉਹੀ ਬੇਟੀ ਵਿਆਹ ਮਗਰੋਂ ਸਸੁਰਾਲ ਜਾਂਦੀ ਹੈ। ਹੋਰ ਦੀ ਬੇਟੀ ਸਾਡੇ ਘਰ ਆ ਕੇ ਬਹੂ ਬਣ ਕੇ ਆਉਂਦੀ ਹੈ। ਹੁਣ ਨਵਾਂ ਕੀ ਹੋ ਗਿਆ? ਇਹ ਸ਼ੁੱਧ ਵਿਚਾਰ ਨਾਲ ਵਿਚਾਰਨ ਦੀ ਗੱਲ ਹੈ। ਇਸ ਪ੍ਰਕਾਰ ਵਿਵੇਕ ਕਰਨ ਨਾਲ ਖਾਨਾਬਦੋਸ਼ ਵਿਚਾਰ ਨਸ਼ਟ ਹੋ ਜਾਂਦੇ ਹਨ। ਸਾਧੂ ਭਾਵ ਹੋ ਜਾਂਦਾ ਹੈ। ਸਮਾਚਾਰ ਪੱਤਰਾਂ ਵਿੱਚ ਵੀ ਇੰਨੀਆਂ ਅਸ਼ਲੀਲ ਤਸਵੀਰਾਂ ਛਪਦੀਆਂ ਹਨ ਜੋ ਜਵਾਨਾਂ ਨੂੰ ਅਸਧਾਰਨ ਕਰ ਦਿੰਦੀਆਂ ਹਨ। ਕੁਝ ਕੱਛੇ ਦੀ ਪ੍ਰਸਿੱਧੀ ਵਿੱਚ ਲੜਕੀਆਂ ਕੇਵਲ ਅੰਡਰਵੀਅਰ ਤੇ ਚੋਲੀ ਯਾਨੀ ਬ੍ਰੇਜੀਅਰ ਪਹਿਨਦੀਆਂ ਹਨ ਜੋ ਗਲਤ ਹੈ। ਇਸ ਪ੍ਰਕਾਰ ਪੁਰਸ਼ ਵੀ ਅੰਡਰਵੀਅਰ ਯਾਨੀ ਕੱਛੇ ਦੀ ਪ੍ਰਸਿੱਧੀ ਦੇ ਲਈ ਕੇਵਲ ਕੱਛਾ ਪਹਿਨ ਕੇ ਖੜੇ ਦਿਖਾਈ ਦਿੰਦੇ ਹਨ ਜੋ ਮਹਾਨ ਨੀਚਤਾ ਦਾ ਪ੍ਰਤੀਕ ਹੈ। ਇਹਨਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਲਈ ਸੱਭਿਅਕ ਸੰਗਠਨ ਦੀ ਜ਼ਰੂਰਤ ਹੈ ਜੋ ਸੰਵਿਧਾਨਿਕ ਤਰੀਕੇ ਨਾਲ ਇਸ ਪ੍ਰਕਾਰ ਦੀ ਅਸ਼ਲੀਲਤਾ ਨੂੰ ਬੰਦ ਕਰਾਉਣ ਦੇ ਲਈ ਸੰਘਰਸ਼ ਕਰਨ ਤੇ ਮਾਨਵ ਨੂੰ ਚਰਿੱਤਰਵਾਨ, ਦਇਆਵਾਨ ਬਣਾਉਣ ਦੇ ਲਈ ਚੰਗੀ ਪੁਸਤਕ ਉਪਲਬਧ ਕਰਵਾਉਣ, ਸਤਸੰਗ ਦੀ ਵਿਵਸਥਾ ਕਰਵਾਉਣ। ਚੰਗੇ ਵਿਚਾਰ ਸੁਣਨ ਵਾਲੇ ਬੱਚੇ ਸੰਯਮੀ ਹੁੰਦੇ ਹਨ। ਦੇਖਣ ਵਿੱਚ ਆਉਂਦਾ ਹੈ ਕਿ ਜਿਸ ਬੇਟੀ ਦਾ ਪਤੀ ਵਿਆਹ ਦੇ ਕੁਝ ਦਿਨ ਪਿੱਛੋਂ ਫੌਜ ਵਿੱਚ ਆਪਣੀ ਡਿਊਟੀ ਉੱਤੇ ਚਲਿਆ ਗਿਆ, ਲਗਭਗ 8-9 ਮਹੀਨੇ ਛੁੱਟੀ ਉੱਤੇ ਨਹੀਂ ਆਉਂਦਾ। ਕੁਝ ਬੇਟੀਆਂ ਦੇ ਪਤੀ ਆਪਣੇ ਰੋਜ਼ਗਾਰ ਦੇ ਲਈ ਵਿਦੇਸ਼ ਚਲੇ ਜਾਂਦੇ ਹਨ ਅਤੇ 3 ਸਾਲ ਤੱਕ ਨਹੀਂ ਪਰਤਦੇ। ਉਹ ਬੇਟੀਆਂ ਸੰਯਮ ਨਾਲ ਰਹਿੰਦੀਆਂ ਹਨ, ਕਿਸੇ ਗੈਰ ਪੁਰਸ਼ ਨੂੰ ਸੁਪਨੇ ਵਿੱਚ ਵੀ ਨਹੀਂ ਦੇਖਦੀਆਂ।
ਇਹ ਉੱਤਮ ਖਾਨਦਾਨ ਦੀ ਬੇਟੀਆਂ ਹਨ। ਪੁਰਸ਼ ਵੀ ਇੰਨੇ ਦਿਨ ਸੰਯਮ ਵਿੱਚ ਰਹਿੰਦਾ ਹੈ। ਉਹ ਬੱਚੇ ਉੱਚ ਘਰ ਦੇ ਹਨ, ਅਸਲ ਖਾਨਦਾਨ ਦੇ ਹੁੰਦੇ ਹਨ। ਜੋ ਪੜਵੇ ਹੁੰਦੇ ਹਨ ਉਹ ਤਾਂਕ ਚਾਂਕ ਕਰਦੇ ਰਹਿੰਦੇ ਹਨ। ਸਿਰ ਦੇ ਵਾਲਾਂ ਦੇ ਨਵੇਂ ਸਟਾਈਲ ਨਾਲ ਕਟਿੰਗ ਕਰਾ ਕੇ ਕਾਲੇ ਪੀਲੇ ਚਸ਼ਮੇ ਲਗਾ ਕੇ ਗਲੀ ਗਲੀ ਵਿੱਚ ਕੁੱਤਿਆਂ ਦੀ ਤਰ੍ਹਾਂ ਫਿਰਦੇ ਹਨ। ਉਹ ਖਾਨਾਬਦੋਸ਼ ਹੁੰਦੇ ਹਨ। ਉਹ ਕਿਸੇ ਗਲਤ ਹਰਕਤ ਨੂੰ ਕਰਕੇ ਵਸੇ ਵਸਾਏ ਘਰ ਨੂੰ ਉਜਾੜ ਦਿੰਦੇ ਹਨ, ਕਿਉਂਕਿ ਉਹ ਕਿਸੇ ਦੀ ਭੈਣ ਬੇਟੀ ਨੂੰ 19-21 ਕਹਿਣਗੇ, ਜਿਸ ਨਾਲ ਝਗੜਾ ਹੋਏਗਾ। ਲੜਾਈ ਦਾ ਰੂਪ ਨਾ ਜਾਣੇ ਕਿੱਥੇ ਤੱਕ ਵਿਸ਼ਾਲ ਹੋ ਜਾਏ। ਕਿਸੇ ਦੀ ਮ੍ਰਿਤੂ ਵੀ ਹੋ ਸਕਦੀ ਹੈ। ਉਸ ਸਿੱਖ ਪੜਵੇ ਨੇ 2 ਘਰਾਂ ਦਾ ਨਾਸ਼ ਕਰ ਦਿੱਤਾ। ਇਸ ਲਈ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸਤਸੰਗ ਦੇ ਵਚਨ ਸੁਣਾ ਕੇ ਵਿਚਾਰਵਾਨ ਤੇ ਚਰਿੱਤਰਵਾਨ ਬਣਨਾ ਚਾਹੀਦਾ ਹੈ। ਚਰਿੱਤਰਵਾਨ ਦੀ ਕਥਾ। ਇੱਕ ਸੁਖਦੇਵ ਰਿਸ਼ੀ ਸਨ। ਉਹ ਸ੍ਰੀ ਵੇਦ ਵਿਆਸ ਰਿਸ਼ੀ ਦੇ ਪੁੱਤਰ ਸਨ। ਇੱਕ ਦਿਨ ਉਹ ਦੀਖਿਆ ਲੈਣ ਦੇ ਉਦੇਸ਼ ਨਾਲ ਰਾਜਾ ਜਨਕ ਜੀ ਦੇ ਕੋਲ ਮਿਥਿਲਾ ਨਗਰੀ ਵਿੱਚ ਗਏ। ਰਾਜਾ ਜਨਕ ਨੇ ਕਿਹਾ ਕਿ ਸੁਖਦੇਵ ਕੱਲ ਸਵੇਰੇ ਨਾਮ ਦੇਵਾਂਗਾ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 41। ਉਹਨਾਂ ਦੇ ਠਹਿਰਨ ਦੀ ਵਿਵਸਥਾ ਅਲੱਗ ਭਵਨ ਵਿੱਚ ਕਰ ਦਿੱਤੀ। ਇੱਕ ਸੁੰਦਰ ਲੜਕੀ ਨੂੰ ਰਿਸ਼ੀ ਜੀ ਦੀ ਸੇਵਾ ਵਿੱਚ ਪ੍ਰੀਖਿਆ ਲੈਣ ਦੇ ਉਦੇਸ਼ ਨਾਲ ਭੇਜਿਆ। ਲੜਕੀ ਸੁਖਦੇਵ ਜੀ ਦੇ ਪਲੰਗ ਉੱਤੇ ਪੈਰ ਦੇ ਵੱਲ ਬੈਠ ਗਈ। ਰਿਸ਼ੀ ਜੀ ਨੇ ਪੈਰ ਸੁੰਗੜ ਕੇ ਅਤੇ ਮੋੜ ਲਏ। ਲੜਕੀ ਰਿਸ਼ੀ ਜੀ ਦੇ ਨੇੜੇ ਹੋਈ ਤਾਂ ਉੱਠ ਕੇ ਖੜੇ ਹੋ ਗਏ। ਕਿਹਾ ਕਿ ਹੇ ਭੈਣ, ਤੁਸੀਂ ਚੰਗੇ ਘਰ ਦੀ ਬੇਟੀ ਦਿਖਾਈ ਦਿੰਦੀ ਹੋ। ਕਿਰਪਾ ਕਰਕੇ ਕਮਰੇ ਤੋਂ ਬਾਹਰ ਜਾਓ, ਨਹੀਂ ਤਾਂ ਮੈਂ ਚਲਾ ਜਾਂਦਾ ਹਾਂ। ਲੜਕੀ ਚਲੀ ਗਈ। ਰਾਜਾ ਜਨਕ ਨੂੰ ਦੱਸਿਆ ਕਿ ਸੁੱਚਾ ਵਿਅਕਤੀ ਹੈ। ਐਸਾ ਹੋਇਆ। ਸਵੇਰੇ ਰਾਜਾ ਜਨਕ ਜੀ ਨੇ ਰਿਸ਼ੀ ਸੁਖਦੇਵ ਜੀ ਤੋਂ ਪੁੱਛਿਆ ਕਿ ਆਪ ਨੂੰ ਮਿਲਣ ਇਸਤਰੀ ਆਈ ਸੀ। ਆਪਨੇ ਉਸ ਨੂੰ ਅੰਗੀਕਾਰ ਨਾ ਕਰਕੇ ਚੰਗੇ ਸੰਯਮ ਦਾ ਪ੍ਰਦਰਸ਼ਨ ਕੀਤਾ ਹੈ। ਆਪ ਸੰਯਮੀ ਵਿਅਕਤੀ ਹੋ। ਧੰਨ ਹਨ ਆਪ ਦੇ ਮਾਤਾ ਪਿਤਾ ਕਬੀਰ ਪਰਮੇਸ਼ਵਰ ਜੀ ਦੇ ਵਿਚਾਰ ਇਹਨਾਂ ਤੋਂ ਵੀ ਉੱਤੇ ਤੇ ਸ਼੍ਰੇਸ਼ਟ ਹਨ। ਉਹ ਕਹਿੰਦੇ ਹਨ ਕਿ ਰਿਸ਼ੀ ਸੁਖਦੇਵ ਵੀ ਆਤਮ ਗਿਆਨੀ ਨਹੀਂ ਸਨ, ਕਿਉਂਕਿ ਜਦ ਲੜਕੀ ਸੁਖਦੇਵ ਦੇ ਪਲੰਗ ਉੱਤੇ ਬੈਠੀ ਤਾਂ ਸੁਖਦੇਵ ਨੇ ਉਸ ਨੂੰ ਇਸਤਰੀ ਸਮਝ ਕੇ ਆਪਣੇ ਸਰੀਰ ਨੂੰ ਛੂਹਣ ਨਹੀਂ ਦਿੱਤਾ ਅਤੇ ਖੜਾ ਹੋ ਕੇ ਬਾਹਰ ਜਾਣ ਦੀ ਤਿਆਰੀ ਕਰ ਦਿੱਤੀ। ਇਸ ਤੋਂ ਸਪਸ਼ਟ ਹੈ ਕਿ ਸੁਖਦੇਵ ਜੀ ਨੂੰ ਆਤਮ ਗਿਆਨ ਨਹੀਂ ਸੀ। ਵਿਚਾਰ ਕਰੋ ਕਿ ਜੇਕਰ ਲੜਕੀ ਦੇ ਸਥਾਨ ਉੱਤੇ ਲੜਕਾ ਬੈਠ ਜਾਂਦਾ ਤਾਂ ਸੁਖਦੇਵ ਜੀ ਕੀ ਕਰਦੇ। ਉਹ ਉਸ ਤੋਂ ਕੁਸ਼ਲ ਮੰਗਲ ਪੁੱਛਦਾ ਅਤੇ ਪਲੰਗ ਛੱਡ ਕੇ ਖੜੇ ਨਹੀਂ ਹੁੰਦੇ। ਕਹਿੰਦੇ ਕਿ ਭਾਈ ਪਲੰਗ ਇੱਕ ਹੀ ਹੈ, ਆਪ ਪਲੰਗ ਉੱਤੇ ਵਿਸ਼ਰਾਮ ਕਰੋ, ਮੈਂ ਨੀਚੇ ਪ੍ਰਿਥਵੀ ਉੱਤੇ ਆਸਣ ਲਗਾ ਲੈਂਦਾ ਹਾਂ। ਜੇਕਰ ਲੜਕਾ ਸੱਭਿਅਕ ਹੁੰਦਾ ਤਾਂ ਕਹਿੰਦਾ ਕਿ ਨਹੀਂ ਰਿਸ਼ੀ ਜੀ, ਆਪ ਪਲੰਗ ਉੱਤੇ ਵਿਰਾਜੋ, ਮੈਂ ਪ੍ਰਿਥਵੀ ਉੱਤੇ ਵਿਸ਼ਰਾਮ ਕਰੂੰਗਾ। ਪਰੰਤੂ ਲੜਕੀ ਹੋਣ ਦੇ ਕਾਰਨ ਰਿਸ਼ੀ ਸੁਖਦੇਵ ਨੂੰ ਕਾਮ ਦੋਸ਼ ਕਾਰਨ ਪੈ ਲੱਗਿਆ। ਕਬੀਰ ਪਰਮੇਸ਼ਵਰ ਜੀ ਨੇ ਦੱਸਿਆ ਹੈ ਕਿ ਇਸਤਰੀ ਤੇ ਪੁਰਸ਼ ਆਤਮਾ ਦੇ ਉੱਪਰ 2 ਵਸਤਰ ਹਨ। ਜਿਵੇਂ ਗੀਤਾ ਅਧਿਆਇ 2 ਸ਼ਲੋਕ 22 ਵਿੱਚ ਕਿਹਾ ਹੈ ਕਿ ਅਰਜੁਨ ਜੀਵ ਸਰੀਰ ਤਿਆਗ ਕੇ ਨਵੇਂ ਸਰੀਰ ਧਾਰਨ ਕਰ ਲੈਂਦਾ ਹੈ। ਇਸ ਨੂੰ ਮ੍ਰਿਤੂ ਕਹਿੰਦੇ ਹਨ। ਇਹ ਤਾਂ ਐਸਾ ਹੈ ਜਿਵੇਂ ਮਨੁੱਖ ਪੁਰਾਣੇ ਵਸਤਰ ਤਿਆਗ ਕੇ ਨਵੇਂ ਪਹਿਨ ਲੈਂਦਾ ਹੈ। ਇਸ ਲਈ ਆਤਮ ਤੱਤਵ ਨੂੰ ਜਾਣੋ। ਉਦਾਹਰਣ, ਇੱਕ ਪਿੰਡ ਵਿੱਚ ਸਾਂਗ ਯਾਨੀ ਸਵਾਂਗ ਮੰਡਲੀ ਆਈ। ਕਈ ਦਿਨ ਸਾਂਗ ਕੀਤਾ। ਪੁਰਾਣੇ ਜ਼ਮਾਨੇ ਵਿੱਚ ਸਾਂਗ ਨਾਟਕ ਵਿੱਚ ਪੁਰਸ਼ ਹੀ ਇਸਤਰੀ ਦਾ ਅਭਿਨੈ ਕਰਦੇ ਸਨ। ਇੱਕ ਲੜਕਾ ਆਪਣੇ ਸਾਥੀ ਦੇ ਨਾਲ ਪਹਿਲੀ ਵਾਰ ਸਾਂਗ ਦੇਖਣ ਗਿਆ। ਸਾਂਗ ਵਿੱਚ ਇੱਕ ਲੜਕੇ ਨੂੰ ਲੜਕੀ ਦੇ ਕੱਪੜੇ ਪਹਿਨਾ ਰੱਖੇ ਸਨ। ਛਾਤੀ ਵੀ ਜਵਾਨ ਲੜਕੀ ਦੀ ਤਰ੍ਹਾਂ ਬਣਾ ਰੱਖੀ ਸੀ। ਪਹਿਲੀ ਵਾਰ ਗਏ ਲੜਕੇ ਨੇ ਆਪਣੇ ਸਾਥੀ ਯਾਨੀ ਜੋ ਕਈ ਵਾਰ ਸਾਂਗ ਦੇਖ ਚੁੱਕਾ ਸੀ ਨੂੰ ਕਿਹਾ ਕਿ ਦੇਖ ਕਿੰਨੀ ਸੁੰਦਰ ਲੜਕੀ ਹੈ। ਸਾਥੀ ਬੋਲਿਆ, ਇਹ ਲੜਕੀ ਨਹੀਂ ਲੜਕਾ ਹੈ। ਪਰੰਤੂ ਪ੍ਰਥਮ ਵਾਰ ਗਿਆ ਲੜਕਾ ਮੰਨਣ ਨੂੰ ਤਿਆਰ ਨਹੀਂ। ਉਸ ਨੂੰ ਆਪਣੇ ਮਿੱਤਰ ਦੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਸਾਂਗ ਸਮਾਪਤ ਹੋਣ ਦੇ ਪਿੱਛੋਂ ਸਾਂਗੀ ਆਪਣੇ ਉਸ ਸਥਾਨ ਉੱਤੇ ਗਏ ਜਿੱਥੇ ਸਾਂਗੀ ਠਹਿਰੇ ਹੋਏ ਸਨ। ਦੋਨੋਂ ਲੜਕੇ ਵੀ ਉਹਨਾਂ ਦੇ ਨਾਲ ਉੱਥੇ ਹੀ ਗਏ। ਉਸ ਲੜਕੇ ਨੇ ਜੋ ਲੜਕੀ ਦਾ ਸਵਾਂਗ ਬਣਾਏ ਹੋਏ ਸੀ, ਆਪਣੇ ਇਸਤਰੀ ਵਾਲੇ ਕੱਪੜੇ ਉਤਾਰ ਕੇ ਖੂੰਟੀ ਉੱਤੇ ਟੰਗ ਦਿੱਤੇ। ਛਾਤੀ ਤੋਂ ਬਣਾਵਟੀ ਦੁੱਧੀ ਉਤਾਰ ਕੇ ਬੈਗ ਵਿੱਚ ਪਾ ਦਿੱਤੀਆਂ। ਕੱਛੇ ਵਿੱਚ ਇਸ਼ਨਾਨ ਕਰਨ ਚਲਾ ਗਿਆ। ਇਹ ਦੇਖ ਕੇ ਨਵੇਂ ਦਰਸ਼ਕ ਨੂੰ ਵਿਸ਼ਵਾਸ ਹੋਇਆ ਕਿ ਅਸਲ ਵਿੱਚ ਇਹ ਲੜਕਾ ਹੈ। ਅਗਲੇ ਦਿਨ ਉਸ ਲੜਕੇ ਦਰਸ਼ਕ ਨੂੰ ਉਹ ਲੜਕੀ ਦੇ ਪੇਸ਼ ਵਿੱਚ ਲੜਕੇ ਵਿੱਚ ਲੜਕੀ ਵਾਲੀ ਮਲੀਨ ਵਾਸ਼ਨਾ ਦਿਲ ਵਿੱਚ ਨਹੀਂ ਆਈ। ਉਸ ਨੂੰ ਲੜਕਾ ਦਿਖਾਈ ਦੇ ਰਿਹਾ ਸੀ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 42। ਇਸ ਪ੍ਰਕਾਰ ਜੇਕਰ ਸੁਖਦੇਵ ਰਿਸ਼ੀ ਨੂੰ ਅਧਿਆਤਮ ਵਿਵੇਕ ਤੋਂ ਆਤਮ ਗਿਆਨ ਹੁੰਦਾ ਤਾਂ ਉਸ ਨਾਲ ਇਸਤਰੀ ਨਹੀਂ ਆਤਮਾ ਰੂਪ ਵਿੱਚ ਪੁਰਸ਼ ਸਮਝ ਕੇ ਕਹਿੰਦਾ ਹੈ ਕਿ ਆਪ ਪਲੰਗ ਉੱਤੇ ਵਿਰਾਜੋ, ਮੈਂ ਪ੍ਰਿਥਵੀ ਉੱਤੇ ਵਿਸ਼ਰਾਮ ਕਰਦਾ ਹਾਂ।
ਸਾਧੂ, ਸੰਤ, ਫਕੀਰ ਇਸ ਵਿਚਾਰਧਾਰਾ ਨਾਲ ਜੀਵਨ ਜਿਉਂਦੇ ਹਨ। ਸਾਧਨਾ ਕਰਕੇ ਮੋਕਸ਼ ਪ੍ਰਾਪਤ ਕਰਦੇ ਹਨ। ਸੰਗਤ ਦਾ ਪ੍ਰਭਾਵ ਤੇ ਵਿਸ਼ਵਾਸ। ਪ੍ਰਭੂ ਦਾ ਇੱਕ ਪਿੰਡ ਵਿੱਚ ਇੱਕ ਵਿਅਕਤੀ ਦੇ ਵਿਆਹ ਨੂੰ 10-12 ਸਾਲ ਹੋ ਚੁੱਕੇ ਸਨ। ਸੰਤਾਨ ਨਹੀਂ ਹੋਈ ਸੀ। ਉਸੇ ਪਿੰਡ ਤੋਂ ਬਾਹਰ ਲਗਭਗ 2 ਕਿਲੋਮੀਟਰ ਦੀ ਦੂਰੀ ਉੱਤੇ ਇੱਕ ਆਸ਼ਰਮ ਸੀ। ਉਸ ਵਿੱਚ ਇੱਕ ਸਿੱਧ ਸੰਤ ਰਹਿੰਦਾ ਸੀ। ਉਹ ਪਿੰਡ ਵਿੱਚੋਂ ਭਿਖਿਆ ਮੰਗ ਕੇ ਲਿਆਉਂਦਾ ਸੀ। ਉਸ ਨੂੰ 3-4 ਜਾਂ ਜ਼ਿਆਦਾ ਦਿਨ ਖਾਂਦਾ ਰਹਿੰਦਾ ਸੀ। ਇੱਕ ਦਿਨ ਉਸ ਘਰ ਤੋਂ ਭਿਖਿਆ ਲੈਣ ਗਿਆ, ਜਿਸ ਵਿਅਕਤੀ ਨੂੰ ਕੋਈ ਸੰਤਾਨ ਨਹੀਂ ਸੀ। ਇਸਤਰੀ ਪੁਰਸ਼ ਦੋਨਾਂ ਨੇ ਸਾਧੂ ਜੀ ਨੂੰ ਪੁੱਤਰ ਪ੍ਰਾਪਤੀ ਦੇ ਲਈ ਚਰਨ ਫੜ ਕੇ ਪ੍ਰਾਰਥਨਾ ਕੀਤੀ। ਸਾਧੂ ਨੇ ਕਿਹਾ ਕਿ ਇੱਕ ਸ਼ਰਤ ਉੱਤੇ ਸੰਤਾਨ ਹੋ ਸਕਦੀ ਹੈ। ਇਸਤਰੀ ਪੁਰਸ਼ ਨੇ ਪੁੱਛਿਆ ਕਿ ਦੱਸੋ। ਸਾਧੂ ਨੇ ਕਿਹਾ ਕਿ ਪਹਿਲਾ ਪੁੱਤਰ ਉਤਪੰਨ ਹੋਵੇਗਾ। 2 ਸਾਲ ਹੋਣ ਤੋਂ ਬਾਅਦ ਮੈਨੂੰ ਚੜ੍ਹਾਣਾ ਹੋਵੇਗਾ। ਉਸ ਨੂੰ ਮੈਂ ਆਪਣਾ ਉੱਤਰ ਅਧਿਕਾਰੀ ਬਣਾਊਗਾ। ਆਪ ਨੂੰ ਮਨਜ਼ੂਰ ਹੋਵੇ ਤਾਂ ਦੱਸੋ। ਉਸ ਦੇ ਪਿੱਛੋਂ ਲੜਕੀ ਹੋਏਗੀ, ਫਿਰ ਇੱਕ ਪੁੱਤਰ ਹੋਏਗਾ। ਦੋਨੋਂ ਨੇ ਉਸ ਸ਼ਰਤ ਨੂੰ ਸਵੀਕਾਰ ਕਰ ਲਿਆ। ਸਾਧੂ ਦੇ ਆਸ਼ੀਰਵਾਦ ਨਾਲ 10ਵੇਂ ਮਹੀਨੇ ਪੁੱਤਰ ਹੋਇਆ। 2 ਸਾਲ ਦਾ ਹੋਣ ਉੱਤੇ ਸਾਧੂ ਨੂੰ ਸੌਂਪ ਦਿੱਤਾ। ਉਸ ਸਮੇਂ ਇਸਤਰੀ ਫਿਰ ਗਰਭਵਤੀ ਸੀ। ਉਸ ਨੇ ਕੰਨਿਆ ਨੂੰ ਜਨਮ ਦਿੱਤਾ। ਫਿਰ ਇੱਕ ਪੁੱਤਰ ਹੋਇਆ, ਜਿਸ ਕਾਰਨ ਨਾਲ ਸਾਧੂ ਦੀ ਮਹਿਮਾ ਹੋਰ ਜ਼ਿਆਦਾ ਹੋ ਗਈ। ਉਸ ਆਸ਼ਰਮ ਵਿੱਚ ਜਵਾਨ ਲੜਕੀਆਂ ਦਾ ਪ੍ਰਵੇਸ਼ ਨਿਸ਼ੇਧ ਸੀ। ਜਦ ਉਹ ਲੜਕਾ 16 ਸਾਲ ਦਾ ਹੋਇਆ ਤਾਂ ਇੱਕ ਦਿਨ ਗੁਰੂ ਜੀ ਨੂੰ ਛਾਤੀ ਵਿੱਚ ਸਤਨ ਦੇ ਕੋਲ ਫੋੜਾ ਹੋ ਗਿਆ, ਜਿਸ ਕਾਰਨ ਸਾਧੂ ਜੀ ਦਰਦ ਦੇ ਕਾਰਨ ਵਿਆਕੁਲ ਰਹਿਣ ਲੱਗਾ। ਜੜੀ ਬੂਟੀ ਬਣਾ ਕੇ ਉਸ ਫੋੜੇ ਉੱਤੇ ਲਗਾਈ। 4-5 ਦਿਨ ਵਿੱਚ ਉਹ ਫੋੜਾ ਫਟ ਕੇ ਠੀਕ ਹੋਇਆ। ਫਿਰ ਸਾਧੂ ਸਮਾਨੇ ਹੋਇਆ। ਕੁਝ ਦਿਨ ਦੇ ਪਿੱਛੋਂ ਸਾਧੂ ਨੂੰ ਬੁਖਾਰ ਹੋ ਗਿਆ। ਬਿਰਧ ਅਵਸਥਾ ਤੇ ਬੁਖਾਰ ਦੇ ਕਾਰਨ ਉਤਪੰਨ ਕਮਜ਼ੋਰੀ ਦੀ ਵਜ੍ਹਾ ਤੋਂ ਚੱਲਣ ਫਿਰਨ ਵਿੱਚ ਅਸਮਰਥ ਹੋ ਗਿਆ। ਸਾਧੂ ਨੇ ਉਸ ਸ਼ਿਸ਼ ਨੂੰ ਕਦੀ ਪਿੰਡ ਵਿੱਚ ਭੀਖ ਲੈਣ ਨਹੀਂ ਭੇਜਿਆ ਸੀ। ਇਹ ਵਿਚਾਰ ਕਰਕੇ ਕਿ ਕਿਤੇ ਜਵਾਨ ਲੜਕਾ ਪਿੰਡ ਵਿੱਚ ਲੜਕਿਆਂ ਦੇ ਨਾਲ ਬੈਠ ਕੇ ਬੁਰੀ ਸੰਗਤ ਵਿੱਚ ਪੈ ਕੇ ਕੋਈ ਗਲਤੀ ਨਾ ਕਰ ਦੇਵੇ, ਕਿਤੇ ਵਿਆਹ ਕਰਨ ਦੀ ਪ੍ਰੇਰਣਾ ਨਾ ਹੋ ਜਾਏ। ਪਰੰਤੂ ਉਸ ਦਿਨ ਬੇਵਸ ਹੋ ਕੇ ਸਾਧੂ ਨੇ ਆਪਣੇ ਸ਼ਿਸ਼ੇ ਨੂੰ ਕਿਹਾ ਕਿ ਬੇਟਾ ਭੀਖ ਮੰਗ ਕੇ ਲਿਆ ਅਤੇ ਪਿੰਡ ਵਿੱਚ ਪ੍ਰਥਮ ਗਲੀ ਵਿੱਚ ਚੌਥੇ ਘਰ ਤੋਂ ਜੋ ਮਿਲੇ ਉਸ ਨੂੰ ਲੈ ਕੇ ਆ ਜਾਣਾ, ਅੱਗੇ ਨਾ ਜਾਣਾ। ਲੜਕਾ ਗੁਰੂ ਜੀ ਦੇ ਆਦੇਸ਼ ਅਨੁਸਾਰ ਉਸੇ ਘਰ ਦੇ ਦੁਆਰ ਉੱਤੇ ਗਿਆ ਅਤੇ ਬੋਲਿਆ, ਅਲਖ ਨਿਰੰਜਨ। ਉਸ ਘਰ ਤੋਂ ਇੱਕ 14 ਸਾਲ ਦੀ ਲੜਕੀ ਭੀਖ ਪਾਉਣ ਦੇ ਲਈ ਦਰਵਾਜ਼ੇ ਉੱਤੇ ਆਈ ਤਾਂ ਸਾਧੂ ਲੜਕਾ ਉਸ ਲੜਕੀ ਦੀ ਛਾਤੀ ਦੇ ਵੱਲ ਗੌਰ ਨਾਲ ਦੇਖ ਰਿਹਾ ਸੀ। ਲੜਕੀ ਨੇ ਦੇਖ ਲਿਆ ਕਿ ਸਾਧੂ ਦੀ ਦ੍ਰਿਸ਼ਟੀ ਵਿੱਚ ਦੋਸ਼ ਹੈ। ਲੜਕੀ ਬੋਲੀ ਕਿ ਲੈ ਬਾਬਾ ਭੀਖ। ਸਾਧੂ ਬੋਲਿਆ, ਹੇ ਮਾਈ ਕੀ ਬੇਟੀ, ਤੇਰੀ ਛਾਤੀ ਉੱਤੇ ਫੋੜੇ ਹੋਏ ਹਨ। ਆਪ ਆਸ਼ਰਮ ਵਿੱਚ ਆ ਜਾਣਾ, ਤੇਰੇ ਫੋੜੇ ਗੁਰੂ ਜੀ ਠੀਕ ਕਰ ਦੇਣਗੇ। ਹੇ ਮਾਈ ਦੀ ਬੇਟੀ, ਆਪ ਨੂੰ ਬਹੁਤ ਪੀੜਾ ਹੋ ਰਹੀ ਹੋਏਗੀ। ਮੇਰੇ ਗੁਰੂ ਜੀ ਨੂੰ ਤਾਂ ਇੱਕ ਹੀ ਫੋੜੇ ਨੇ ਦੁਖੀ ਕਰ ਰੱਖਿਆ ਸੀ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 43। ਇਹ ਗੱਲ ਲੜਕੇ ਸਾਧੂ ਤੋਂ ਸੁਣ ਕੇ ਲੜਕੀ ਦਾ ਅੰਦਾਜ਼ਾ ਹੋਰ ਦ੍ਰਿੜ ਹੋ ਗਿਆ ਕਿ ਇਹ ਸਾਧੂ ਨੇਕ ਨਹੀਂ ਹੈ। ਉੱਚੀ ਆਵਾਜ਼ ਵਿੱਚ ਬੋਲਣ ਲੱਗੀ ਕਿ ਆਪਣੀ ਮਾਂ ਭੈਣ ਦੇ ਫੋੜੇ ਠੀਕ ਕਰਾ ਲੈ, ਬਦਤਮੀਜ਼, ਤੇਰੇ ਜੁੱਤੀ ਮਾਰੂੰਗੀ। ਇਹ ਕਿਹਾ ਕਿ ਲੜਕੀ ਨੇ ਪੈਰ ਦੀ ਜੁੱਤੀ ਕੱਢ ਲਈ ਅਤੇ ਬੋਲੀ, ਚਲਿਆ ਜਾ ਇੱਥੋਂ, ਫਿਰ ਕਦੀ ਨਾ ਆਉਣਾ। ਸ਼ੋਰ ਸੁਣ ਕੇ ਲੜਕੀ ਦੀ ਮਾਤਾ ਵੀ ਦਰਵਾਜ਼ੇ ਉੱਤੇ ਆਈ ਅਤੇ ਪੁੱਛਿਆ ਕਿ ਬੇਟੀ ਕੀ ਗੱਲ ਹੈ। ਲੜਕੀ ਨੇ ਉਸ ਸਾਧੂ ਦੀ ਕਰਤੂਤ ਮਾਤਾ ਨੂੰ ਦੱਸੀ। ਮਾਤਾ ਨੇ ਪੁੱਛਿਆ ਕਿ ਬਾਬਾ ਜੀ ਕਿੱਥੋਂ ਆਏ ਹੋ। ਲੜਕੇ ਸਾਧੂ ਨੇ ਦੱਸਿਆ ਕਿ ਇਸ ਆਸ਼ਰਮ ਤੋਂ ਆਇਆ ਹਾਂ। ਮੇਰੇ ਗੁਰੂ ਜੀ ਬਿਮਾਰ ਹੋ ਗਏ ਹਨ, ਚੱਲਣ ਫਿਰਨ ਵਿੱਚ ਅਸਮਰੱਥ ਹਨ, ਇਸ ਲਈ ਪਹਿਲੀ ਵਾਰ ਮੈਨੂੰ ਭੀਖ ਮੰਗਣ ਲਈ ਭੇਜਿਆ ਹੈ। ਮੈਂ ਉਹਨਾਂ ਦਾ ਸ਼ਿਸ਼ ਹਾਂ। ਮੈਂ ਤਾਂ ਇਸ ਭੈਣ ਤੋਂ ਪੁੱਛਿਆ ਸੀ ਕਿ ਤੇਰੀ ਛਾਤੀ ਉੱਤੇ 2 ਫੋੜੇ ਹਨ, ਬਹੁਤ ਦੁਖੀ ਹੋ ਰਹੀ ਹੋਏਗੀ। ਮੇਰੇ ਗੁਰੂ ਜੀ ਨੂੰ ਤਾਂ ਇੱਕ ਹੀ ਫੋੜਾ ਹੋਇਆ ਸੀ। ਦਿਨ ਰਾਤ ਦਰਦ ਨਾਲ ਵਿਆਕੁਲ ਰਹਿੰਦੇ ਸਨ। ਉਹ ਔਸ਼ਧੀ ਜਾਣਦੇ ਹਨ। ਆਪ ਗੁਰੂ ਜੀ ਦੇ ਕੋਲ ਜਾ ਕੇ ਫੋੜੇ ਠੀਕ ਕਰਵਾ ਲਓ। ਉਹ ਸਾਧੂ ਲੜਕਾ ਉਸੇ ਇਸਤਰੀ ਦਾ ਬੇਟਾ ਸੀ ਜੋ ਸਾਧੂ ਨੂੰ ਚੜਾ ਰੱਖਿਆ ਸੀ। ਉਹ ਲੜਕੀ ਉਸ ਸਾਧੂ ਬਾਬਾ ਦੀ ਛੋਟੀ ਭੈਣ ਸੀ। ਮਾਤਾ ਨੇ ਦੱਸਿਆ ਕਿ ਇਹ ਤੇਰਾ ਭਾਈ ਹੈ ਜੋ ਅਸੀਂ ਸਾਧੂ ਨੂੰ ਚੜਾ ਰੱਖਿਆ ਹੈ। ਇਹ ਦੁਨੀਆਦਾਰੀ ਦੀਆਂ ਖਰਾਬ ਗੱਲਾਂ ਤੋਂ ਬਚਿਆ ਹੋਇਆ ਹੈ। ਜੋ ਦੋਸ਼ ਬੇਟੀ ਤੈਨੂੰ ਲੱਗਿਆ ਉਹ ਇਸ ਤੇਰੇ ਭਾਈ ਵਿੱਚ ਨਹੀਂ ਹੈ। ਇਹ ਤਾਂ ਪਾਕ ਸਾਫ਼ ਆਤਮਾ ਨਾਲ ਬੋਲ ਰਿਹਾ ਸੀ। ਤੈਨੂੰ ਪਿੰਡ ਦੇ ਚੰਚਲ ਲੜਕੀਆਂ ਵਾਲੀ ਸ਼ਰਾਰਤ ਦੇ ਅਨੁਸਾਰ ਵਿਚਾਰ ਕਰਕੇ ਧਮਕਾਇਆ। ਮਾਈ ਨੇ ਦੱਸਿਆ ਕਿ ਸਾਧੂ ਜੀ, ਮੇਰੀ ਬੇਟੀ ਦੀ ਛਾਤੀ ਉੱਤੇ ਫੋੜੇ ਨਹੀਂ ਹਨ, ਇਹ ਦੁੱਧੀਆਂ ਹਨ। ਦੇਖ ਜਿਵੇਂ ਮੇਰੀ ਛਾਤੀ ਉੱਤੇ ਹਨ। ਇਸ ਦਾ ਵਿਆਹ ਕਰਾਂਗੇ। ਇਸ ਨੂੰ ਸੰਤਾਨ ਉਤਪੰਨ ਹੋਏਗੀ ਤਦ ਇਹਨਾਂ ਦੁੱਧੀਆਂ ਤੋਂ ਬੱਚੇ ਦੁੱਧ ਪੀਣਗੇ। ਸਾਧੂ ਬੱਚਾ ਬੋਲਿਆ, ਹੈ ਮਾਈ, ਇਸ ਦਾ ਵਿਆਹ ਕਦੋਂ ਹੋਏਗਾ।
ਕਦੋਂ ਇਸ ਨੂੰ ਸੰਤਾਨ ਹੋਏਗੀ? ਮਾਈ ਨੇ ਦੱਸਿਆ ਕਿ ਕਰੀਬ 3-4 ਸਾਲ ਦੇ ਪਿੱਛੋਂ ਵਿਆਹ ਕਰਾਂਗੇ, ਫਿਰ 2-3 ਸਾਲ ਪਿੱਛੋਂ ਸੰਤਾਨ ਹੋਏਗੀ। ਸਾਧੂ ਲੜਕੇ ਨੇ ਅਧਿਆਤਮਿਕ ਦ੍ਰਿਸ਼ਟੀਕੋਣ ਨਾਲ ਵਿਚਾਰ ਕੀਤਾ ਕਿ ਪਰਮਾਤਮਾ ਨੂੰ ਜਨਮ ਲੈਣ ਵਾਲੇ ਬੱਚੇ ਦੀ ਕਿੰਨੀ ਚਿੰਤਾ ਹੈ। ਉਸ ਦੇ ਜਨਮ ਤੋਂ 7-8 ਸਾਲ ਪਹਿਲਾਂ ਹੀ ਦੁੱਧ ਪੀਣ ਦੀ ਵਿਵਸਥਾ ਕਰ ਰੱਖੀ ਹੈ। ਕੀ ਉਹ ਸਾਡੇ ਖਾਣ ਦੀ ਵਿਵਸਥਾ ਆਸ਼ਰਮ ਵਿੱਚ ਨਹੀਂ ਕਰੇਗਾ? ਅਸੀਂ ਤਾਂ ਗੁਰੂ ਸ਼ਿਸ਼ ਉਸ ਪਰਮਾਤਮਾ ਦੇ ਭਰੋਸੇ ਬੈਠੇ ਹਾਂ। ਅੱਜ ਦੇ ਬਾਅਦ ਭੀਖ ਮੰਗਣਾ ਬੰਦ। ਇਹ ਵਿਚਾਰ ਕਰ ਰਿਹਾ ਸੀ ਕਿ ਮਾਈ ਨੇ ਪੁੱਛਿਆ, ਬਾਬਾ ਜੀ ਕੀ ਚਿੰਤਾ ਕਰ ਰਹੇ ਹੋ? ਸਾਧੂ ਬੋਲਿਆ ਕਿ ਮਾਈ ਚਿੰਤਾ ਸਮਾਪਤ। ਇਹ ਕਹਿ ਕੇ ਭੀਖ ਸਹਿਤ ਝੋਲੀ ਯਾਨੀ ਥੈਲਾ ਗਲੀ ਵਿੱਚ ਸੁੱਟ ਕੇ ਆਸ਼ਰਮ ਖਾਲੀ ਹੱਥ ਆਇਆ ਤਾਂ ਗੁਰੂ ਜੀ ਨੇ ਪੁੱਛਿਆ ਕਿ ਭੀਖ ਕਿਉਂ ਨਹੀਂ ਲਿਆਇਆ? ਝੋਲੀ ਕਿਸੇ ਨੇ ਖੋਹ ਲਈ ਕੀ? ਲੜਕੇ ਨੇ ਦੱਸਿਆ ਕਿ ਗੁਰੂ ਜੀ, ਜਦ ਪਰਮਾਤਮਾ ਬੱਚੇ ਦੇ ਜਨਮ ਲੈਣ ਤੋਂ 7-8 ਸਾਲ ਪੂਰਵ ਹੀ ਸਾਰੇ ਖਾਣੇ ਦੀ ਵਿਵਸਥਾ ਕਰਦਾ ਹੈ, ਤਾਂ ਕਿ ਆਪਣੀ ਵਿਵਸਥਾ ਨਹੀਂ ਕਰੇਗਾ? ਜ਼ਰੂਰ ਕਰੇਗਾ, ਇਸ ਲਈ ਮੈਂ ਝੋਲੀ ਗਲੀ ਵਿੱਚ ਸੁੱਟ ਆਇਆ। ਸਾਧੂ ਸਮਝ ਗਿਆ ਕਿ ਇਹ ਕੰਮ ਚੋਰ ਰਸਤੇ ਵਿੱਚ ਝੋਲੀ ਸੁੱਟ ਕੇ ਆ ਗਿਆ, ਕਿ ਰੋਜ਼ ਭੀਖ ਲੈਣ ਜਾਣਾ ਪਵੇਗਾ। ਸਾਧੂ ਬੇਵੱਸ ਸੀ, ਕੁਝ ਨਹੀਂ ਬੋਲਿਆ। ਸੋਚਿਆ ਕਿ ਕੱਲ ਮੈਂ ਦੁਖੀ ਸੁਖੀ ਹੋ ਕੇ ਜਿਵੇਂ ਤਿਵੇਂ ਖੁਦ ਭੀਖ ਲਿਆਉਂਗਾ। ਜਦ ਸਾਧੂ ਬਾਲਕ ਝੋਲੀ ਤੇ ਭੀਖ ਗਲੀ ਵਿੱਚ ਸੁੱਟ ਕੇ ਆਸ਼ਰਮ ਚਲਿਆ ਗਿਆ ਤਾਂ ਪਰਮਾਤਮਾ ਨੇ ਨਗਰ ਦੇ ਕੁਝ ਵਿਅਕਤੀਆਂ ਵਿੱਚ ਪ੍ਰੇਰਣਾ ਕੀਤੀ ਕਿ ਵੱਡੇ ਬਾਬਾ ਅਸਵਸਥ ਹਨ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 44। ਛੋਟੇ ਬਾਬਾ ਨੂੰ ਕਿਸੇ ਨੇ ਕੁਝ ਕਹਿ ਦਿੱਤਾ, ਉਹ ਭੀਖ ਤੇ ਝੋਲੀ ਸੁੱਟ ਕੇ ਚਲਿਆ ਗਿਆ। ਸਾਧੂ ਭੁੱਖਾ ਹੈ, ਬੱਚਾ ਵੀ ਭੁੱਖਾ ਰਹੇਗਾ। ਇਹ ਵਿਚਾਰ ਕਰਕੇ ਚੰਗਾ ਭੋਜਨ ਤਿਆਰ ਕੀਤਾ। ਖੀਰ ਫੁਲਕਾ ਦਾਲ ਬਣਾ ਕੇ ਪਹਿਲਾਂ ਇੱਕ ਲੈ ਕੇ ਪਹੁੰਚਿਆ ਅਤੇ ਸਾਧੂ ਨੂੰ ਕਿਹਾ ਕਿ ਛੋਟਾ ਬਾਬਾ ਜੀ ਕਿਸੇ ਦੇ ਕੁਝ ਕਹਿਣ ਤੇ ਗੁੱਸੇ ਹੋ ਕੇ ਭੀਖ ਨਹੀਂ ਲਿਆਉਂਦੀ। ਝੋਲੀ ਭੀਖ ਸੁੱਟ ਆਇਆ, ਆਪ ਭੋਜਨ ਖਾਓ। ਸਾਧੂ ਨੇ ਕਿਹਾ ਕਿ ਪਹਿਲੇ ਬਾਲਕ ਨੂੰ ਖਿਲਾਓ। ਬਾਲਕ ਬੋਲਾ ਕਿ ਪਹਿਲੇ ਗੁਰੂ ਜੀ ਖਾਣਗੇ, ਫਿਰ ਚੇਲਾ ਖਾਏਗਾ। ਸਾਧੂ ਭੋਜਨ ਖਾਣ ਲੱਗਾ। ਇੰਨੇ ਵਿੱਚ ਦੂਸਰਾ ਹਲਵਾ ਪੂਰੀ ਛੋਲੇ ਲੈ ਕੇ ਆ ਗਿਆ। ਇਸ ਪ੍ਰਕਾਰ ਲਗਭਗ 10 ਵਿਅਕਤੀ ਪਿੰਡ ਦੇ ਇਹੀ ਵਿਚਾਰ ਕਰਕੇ ਭੋਜਨ ਲੈ ਕੇ ਆਸ਼ਰਮ ਵਿੱਚ ਪਹੁੰਚੇ। ਚੇਲਾ ਬੋਲਿਆ ਕਿ ਵਾਹ ਭਗਵਾਨ, ਸਾਨੂੰ ਪਤਾ ਨਹੀਂ ਸੀ ਕਿ ਆਪ ਕਿੰਨੇ ਚੰਗੇ ਹੋ, ਇਸ ਲਈ ਆਪ ਦੇ ਨਾਮ ਦੀ ਚਿੰਤਾ ਘੱਟ ਭੋਜਨ ਦੀ ਜ਼ਿਆਦਾ ਰਹਿੰਦੀ ਸੀ। ਪਿੰਡ ਵਾਲਿਆਂ ਨੇ ਨੰਬਰ ਬੰਨ ਲਿਆ ਕਿ ਇੱਕ ਦਿਨ ਇੱਕ ਘਰ ਤੋਂ ਸਾਧੂਆਂ ਦਾ ਭੋਜਨ ਭੇਜਿਆ ਜਾਏ। ਐਸਾ ਹੀ ਹੋਇਆ। ਸਿੱਖਿਆ, ਜੈਸੀ ਸੰਗਤ ਵੈਸੀ ਰੰਗਤ। ਆਪਣਾ ਦੋਸ਼ ਦੂਸਰੇ ਵਿੱਚ ਦਿਖਦਾ ਹੈ, ਪਰਮਾਤਮਾ ਉੱਤੇ ਵਿਸ਼ਵਾਸ ਬਿਨਾਂ ਭਗਤ ਅਧੂਰਾ ਹੈ। ਮੰਗ ਕੇ ਖਾਣਾ ਵੀ ਸ਼ਾਸਤਰ ਵਿਰੁੱਧ ਹੈ, ਕਿਉਂਕਿ ਜੇਕਰ ਭਗਤ ਦੀ ਸ਼ਰਧਾ ਤੇ ਭਾਵਨਾ ਸੱਚੀ ਹੈ ਤਾਂ ਪਰਮਾਤਮਾ ਵਿਵਸਥਾ ਕਰ ਦਿੰਦਾ ਹੈ, ਪਰੰਤੂ ਗ੍ਰਹਿਸਥੀ ਦੇ ਕਰਮ ਕਰਕੇ ਭੋਜਨ ਗ੍ਰਹਿਣ ਕਰਨਾ ਸਰਵੋਤਮ ਹੈ। ਸਾਧੂ ਸੰਤ ਦਾ ਕਰਮ ਸਤਸੰਗ ਕਰਨਾ, ਭਗਤੀ ਕਰਨਾ ਹੈ। ਜੇਕਰ ਸੱਚੀ ਸ਼ਰਧਾ ਨਾਲ ਕਰਦਾ ਹੈ ਤਾਂ ਉਸ ਨੂੰ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ। ਸੰਤ ਗਰੀਬਦਾਸ ਜੀ ਨੇ ਪਰਮਾਤਮਾ ਕਬੀਰ ਜੀ ਤੋਂ ਪ੍ਰਾਪਤ ਗਿਆਨ ਤੋਂ ਆਪਣੀ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ ਕਿ ਵੈਰਾਗ ਪ੍ਰਕਰਨ ਦੇ ਅੰਗ ਤੋਂ ਕੁਝ ਬਾਣੀ। ਗਰੀਬ ਨਟ ਪੇਰਨਾ ਕਾਂਜਰ ਸਾਂਸ਼ੀ ਮੰਗਤ ਹੈ ਪਠਿਆਰੇ, ਜਾਕੀ ਤਾਰੀ ਲਾਗੀ ਤਤ ਮੇ ਮੋਤੀ ਦੇਤ ਉਦਾਰੇ। ਗਰੀਬ द्रौपद सुता के चीर बढ़ाए बिन ही ताने काते, सकल मनोरथ पूरन साहिब तुम क्यों मांगन जाते। गरीब आप तेन आवे रतन बराबर मांग्या आवे लोहा, लक्षण नहीं जोग के जोगी जा बस्या बन खोहा। गरीब टूका कारण फिरे कुकरा यानी कुत्ता 70 घर फिर आवे, ये तो लक्षण नहीं जोग के क्यों बाणा बिरद लजावे। गरीब जिनको आत्म ज्ञान नहीं है वे मांगे रे पाई, चावल चून इकट्ठा करके व्याज बदावे जाई। गरीब जो मांगे सो बड़वा कहिए दर दर फिरे ज्ञानी, योगी योग संपूर्ण जिसका जो मांग ना पीवे पानी। गरीब काद नारद जमात चलाई ब्यास ना टुकड़ा मांगया, वशिष्ठ विश्वामित्र ज्ञानी शब्द बेहंगम जागया। गरीब कबीर पुरुष कै बालद आई 9 लाख बोडी लाहा, केशव से बंजारे जिस कै देवे यज्ञ जुलाहा। भावार्थ उपरोक्त ਬਾਣੀਆਂ ਦਾ ਭਾਵ ਹੈ ਕਿ ਜੋ ਸਤ ਭਗਤੀ ਸ਼ਾਸਤਰ ਅਨੁਕੂਲ ਨਹੀਂ ਕਰਦੇ ਉਹ ਸਾਧੂ ਪੇਸ਼ ਬਣਾ ਕੇ ਐਸੇ ਹੀ ਮੰਗਦੇ ਫਿਰਦੇ ਹਨ, ਜਿਵੇਂ ਕੁੱਤਾ ਟੁੱਕ ਰੋਟੀ ਦੇ ਲਈ 70 ਘਰਾਂ ਵਿੱਚ ਜਾਂਦਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 45। ਜਿਵੇਂ ਹੋਰ ਜਾਤੀ ਵਾਲੇ ਨਟ ਪ੍ਰੇਰਣੇ ਕਾਂਜਰ ਤੇ ਸ਼ਾਂਸੀ ਲੋਕ ਰੋਟੀ ਦੇ ਲਈ ਭਟਕਦੇ ਸਨ, ਜੇਕਰ ਸਾਧੂ ਵੀ ਐਸੇ ਹੀ ਕਰਦਾ ਹੈ ਤਾਂ ਉਸ ਦੀ ਸਾਧਨਾ ਵਿੱਚ ਤਰੁੱਟੀ ਹੈ। ਪਰਮੇਸ਼ਵਰ ਕਬੀਰ ਜੀ ਆਪਣਾ ਦੈਨਿਕ ਕਰਮ ਜੁਲਾਹੇ ਦਾ ਕਰਦੇ ਸਨ ਅਤੇ ਸਤ ਸਾਧਨਾ ਵੀ ਕਰਦੇ ਸਨ ਅਤੇ ਸਤਸੰਗ ਵੀ ਕਰਦੇ ਸਨ।
ਸਤ ਭਗਤੀ ਕਰਨ ਵਾਲੇ ਦੀ ਪਰਮਾਤਮਾ ਕਿਵੇਂ ਸਹਾਇਤਾ ਕਰਦਾ ਹੈ, ਇਹ ਪ੍ਰਮਾਣ ਵੀ ਕਰਦੇ ਸਨ। ਇਹ ਪ੍ਰਮਾਣ ਖੁਦ ਕਬੀਰ ਜੀ ਨੇ ਦਿੱਤਾ ਹੈ। ਕਥਾ ਇਸ ਪ੍ਰਕਾਰ ਹੈ। ਪਰਮੇਸ਼ਵਰ ਕਬੀਰ ਜੀ ਦੁਆਰਾ ਕਾਸ਼ੀ ਸ਼ਹਿਰ ਵਿੱਚ ਭੋਜਨ ਭੰਡਾਰਾ ਦੇਣਾ, ਯਾਨੀ ਲੰਗਰ ਯਾਨੀ ਧਰਮ ਯੱਗ ਦੀ ਵਿਵਸਥਾ ਕਰਨਾ। ਸ਼ੇਖ ਤਕੀ ਸਭ ਮੁਸਲਮਾਨਾਂ ਦਾ ਮੁਖੀਆ ਅਰਥਾਤ ਮੁੱਖ ਪੀਰ ਸੀ, ਜੋ ਪਹਿਲਾਂ ਤੋਂ ਹੀ ਪਰਮੇਸ਼ਵਰ ਕਬੀਰ ਜੀ ਤੋਂ ਖਾਰ ਖਾਏ ਹੋਏ ਸੀ, ਅਰਥਾਤ ਪਹਿਲਾਂ ਤੋਂ ਹੀ ਈਰਖਾ ਕਰਦਾ ਸੀ। ਸਭ ਬ੍ਰਾਹਮਣਾਂ ਤੇ ਮੁੱਲਾ ਕਾਜ਼ੀਆਂ ਤੇ ਸ਼ੇਖ ਤਕੀ ਨੇ ਮਜਲਿਸ ਯਾਨੀ ਮੀਟਿੰਗ ਕਰਕੇ ਸਾਜ਼ਿਸ਼ ਦੇ ਤਹਿਤ ਯੋਜਨਾ ਬਣਾਈ ਕਿ ਕਬੀਰ ਨਿਰਤਨ ਵਿਅਕਤੀ ਹੈ, ਇਸ ਦੇ ਨਾਮ ਨਾਲ ਪੱਤਰ ਭੇਜ ਦੇਵੋ ਕਿ ਕਬੀਰ ਜੀ ਕਾਸ਼ੀ ਵਿੱਚ ਬਹੁਤ ਵੱਡੇ ਸੇਠ ਹਨ। ਉਹਨਾਂ ਦਾ ਪੂਰਾ ਪਤਾ ਹੈ। ਕਬੀਰ ਪੁੱਤਰ ਨੂਰ ਅਲੀ ਅੰਸਾਰੀ, ਜੁਲਾਹਿਆ ਬਾਲਮੀਕੀ ਕਲੋਨੀ, ਕਾਸ਼ੀ ਸ਼ਹਿਰ। ਕਬੀਰ ਜੀ 3 ਦਿਨ ਦਾ ਧਰਮ ਭੰਡਾਰਾ ਕਰਨਗੇ। ਸਭ ਸਾਧੂ ਸੰਤ ਸੱਦੇ ਹਨ। ਪ੍ਰਤੀ ਦਿਨ ਹਰ ਇੱਕ ਭੋਜਨ ਕਰਨ ਵਾਲੇ ਨੂੰ ਇੱਕ ਦੋਹਰ ਯਾਨੀ ਜੋ ਉਸ ਸਮੇਂ ਦਾ ਸਭ ਤੋਂ ਕੀਮਤੀ ਕੰਬਲ ਦੇ ਸਥਾਨ ਉੱਤੇ ਮੰਨਿਆ ਜਾਂਦਾ ਸੀ, ਇੱਕ ਮੋਹਰ ਯਾਨੀ 10 ਗ੍ਰਾਮ ਸੋਨਾ ਨਾਲ ਬਣੀ ਗੋਲ ਆਕਾਰ ਦੀ ਮੋਹਰ ਦਕਸ਼ਿਣਾ ਦੇਣਗੇ। ਪ੍ਰਤੀ ਦਿਨ ਜੋ ਜਿੰਨੀ ਵਾਰ ਵੀ ਭੋਜਨ ਕਰੇਗਾ, ਕਬੀਰ ਉਸ ਨੂੰ ਉਨੀ ਵਾਰ ਹੀ ਦੋਹਰ ਤੇ ਮੋਹਰ ਦਾਨ ਕਰੇਗਾ। ਭੋਜਨ ਵਿੱਚ ਲੱਡੂ, ਜਲੇਬੀ, ਹਲਵਾ, ਖੀਰ, ਦਹੀਂ ਵੜੇ, ਮਾਲ ਪੂੜੇ, ਰਸਗੁੱਲੇ ਆਦਿ ਸਭ ਮਿਸ਼ਠਾਨ ਖਾਣ ਨੂੰ ਮਿਲਣਗੇ। ਸੁੱਕਾ ਸੀਧਾ ਯਾਨੀ ਆਟਾ, ਚਾਵਲ, ਦਾਲ ਆਦਿ ਸੁੱਕੇ ਜੋ ਬਿਨਾਂ ਪਕਾਏ ਹੋਏ ਕੀ ਬੂਰਾ ਵੀ ਦਿੱਤਾ ਜਾਏਗਾ। ਇੱਕ ਪੱਤਰ ਸ਼ੇਖ ਤਕੀ ਨੇ ਆਪਣੇ ਨਾਮ ਅਤੇ ਦਿੱਲੀ ਦੇ ਬਾਦਸ਼ਾਹ ਸਿਕੰਦਰ ਲੋਧੀ ਦੇ ਨਾਮ ਵੀ ਭੇਜਿਆ। ਨਿਸ਼ਚਿਤ ਦਿਨ ਤੋਂ ਪਹਿਲਾਂ ਵਾਲੀ ਰਾਤ ਨੂੰ ਹੀ ਸਾਧੂ ਸੰਤ ਭਗਤ ਇਕੱਤਰ ਹੋਣੇ ਲੱਗੇ। ਅਗਲੇ ਦਿਨ ਭੰਡਾਰਾ ਹੋਣਾ ਸੀ। ਪਰਮੇਸ਼ਵਰ ਕਬੀਰ ਜੀ ਨੂੰ ਸੰਤ ਰਵਿਦਾਸ ਜੀ ਨੇ ਦੱਸਿਆ ਕਿ ਆਪ ਜੀ ਦੇ ਨਾਮ ਦੇ ਪੱਤਰ ਲੈ ਕੇ 18 ਲੱਖ ਸਾਧੂ ਸੰਤ ਤੇ ਭਗਤ ਕਾਸ਼ੀ ਸ਼ਹਿਰ ਵਿੱਚ ਆਏ ਹਨ, ਭੰਡਾਰਾ ਖਾਣ ਦੇ ਲਈ ਸੱਦੇ ਹਨ। ਕਬੀਰ ਜੀ ਹੁਣ ਤਾਂ ਆਪਾਂ ਨੂੰ ਕਾਸ਼ੀ ਤਿਆਗ ਕੇ ਕਿਤੇ ਹੋਰ ਜਾਣਾ ਪਵੇਗਾ। ਕਬੀਰ ਜੀ ਤਾਂ ਜਾਨੀ ਜਾਣ ਸਨ, ਫਿਰ ਵੀ ਅਭਿਨੈ ਕਰ ਰਹੇ ਸਨ। ਬੋਲੇ ਰਵਿਦਾਸ ਜੀ, ਚੌਂਪੜੀ ਦੇ ਅੰਦਰ ਬੈਠ ਜਾ, ਸਾਂਕਲ ਲਗਾ ਲੈ, ਆਪਣੇ ਆਪ ਚੱਖ ਮਾਰ ਕੇ ਚਲੇ ਜਾਣਗੇ, ਅਸੀਂ ਬਾਹਰ ਨਿਕਲਾਂਗੇ ਹੀ ਨਹੀਂ। ਪਰਮੇਸ਼ਵਰ ਕਬੀਰ ਜੀ ਆਪਣੀ ਰਾਜਧਾਨੀ ਸਤਲੋਕ ਵਿੱਚ ਪਹੁੰਚੇ। ਉੱਥੋਂ 9 ਲੱਖ ਬੈਲਾਂ ਦੇ ਉੱਪਰ ਗੱਦਿਆਂ ਵਰਗਾ ਬੋਰਾ ਯਾਨੀ ਥੈਲਾ ਰੱਖ ਕੇ ਉਹਨਾਂ ਵਿੱਚ ਪੱਕਿਆ ਪਕਾਇਆ ਸਾਰਾ ਸਮਾਨ ਭਰ ਕੇ ਤੇ ਸੁੱਕਾ ਸਮਾਨ ਯਾਨੀ ਚਾਵਲ, ਆਟਾ, ਖੰਡ, ਬੂਰਾ, ਦਾਲ, ਘਿਓ ਆਦਿ ਭਰ ਕੇ ਪ੍ਰਿਥਵੀ ਉੱਤੇ ਉਤਰੇ। ਸਤਲੋਕ ਤੋਂ ਹੀ ਸੇਵਾਦਾਰ ਆਏ। ਪਰਮੇਸ਼ਵਰ ਕਬੀਰ ਜੀ ਨੇ ਖੁਦ ਬੰਜਾਰੇ ਦਾ ਰੂਪ ਬਣਾਇਆ ਅਤੇ ਆਪਣਾ ਨਾਮ ਕੇਸ਼ਵ ਦੱਸਿਆ। ਦਿੱਲੀ ਦੇ ਸਿਕੰਦਰ ਬਾਦਸ਼ਾਹ ਤੇ ਉਸ ਦਾ ਧਾਰਮਿਕ ਪੀਰ ਸ਼ੇਖ ਤਕੀ ਵੀ ਆਇਆ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 46। ਕਾਸ਼ੀ ਵਿੱਚ ਭੋਜਨ ਭੰਡਾਰਾ ਚੱਲ ਰਿਹਾ ਸੀ। ਸਭ ਨੂੰ ਹਰੇਕ ਭੋਜਨ ਦੇ ਪਿੱਛੋਂ ਇੱਕ ਦੋਹਰ ਤੇ ਇੱਕ ਮੋਹਰ ਯਾਨੀ 10 ਗ੍ਰਾਮ ਸੋਨਾ ਦੀ ਦਾਨ ਦਿੱਤੀ ਜਾ ਰਹੀ ਸੀ। ਕਈ ਬੇਈਮਾਨ ਸੰਤ ਤਾਂ ਦਿਨ ਵਿੱਚ 4-4 ਵਾਰ ਭੋਜਨ ਕਰਕੇ ਚਾਰੋਂ ਵਾਰ ਦੋਹਰ ਤੇ ਮੋਹਰ ਲੈ ਰਹੇ ਸਨ। ਕੁਝ ਸੁੱਕਾ ਸੀਧਾ ਯਾਨੀ ਚਾਵਲ, ਖੰਡ, ਘਿਓ, ਦਾਲ, ਆਟਾ ਵੀ ਲੈ ਰਹੇ ਸਨ। ਇਹ ਸਭ ਦੇਖ ਕੇ ਸ਼ੇਖ ਤਕੀ ਨੇ ਤਾਂ ਰੋਣ ਜਿਹੀ ਸ਼ਕਲ ਬਣਾ ਲਈ। ਸਿਕੰਦਰ ਲੋਧੀ ਰਾਜਾ ਦੇ ਨਾਲ ਉਸ ਟੈਂਟ ਵਿੱਚ ਗਿਆ ਜਿਸ ਵਿੱਚ ਕੇਸ਼ਵ ਨਾਮ ਨਾਲ ਖੁਦ ਕਬੀਰ ਜੀ ਪੇਸ਼ ਬਦਲ ਕੇ ਵਣਜਾਰੇ ਯਾਨੀ ਉਸ ਸਮੇਂ ਦੇ ਵਪਾਰੀਆਂ ਨੂੰ ਵਣਜਾਰੇ ਕਹਿੰਦੇ ਸਨ ਦੇ ਰੂਪ ਵਿੱਚ ਬੈਠੇ ਸਨ। ਸਿਕੰਦਰ ਲੋਧੀ ਰਾਜਾ ਨੇ ਪੁੱਛਿਆ, ਆਪ ਕੌਣ ਹੋ, ਕੀ ਨਾਮ ਹੈ? ਆਪ ਜੀ ਦਾ ਕਬੀਰ ਜੀ ਨਾਲ ਕੀ ਸੰਬੰਧ ਹੈ? ਕੇਸ਼ਵ ਰੂਪ ਵਿੱਚ ਬੈਠੇ ਪਰਮਾਤਮਾ ਜੀ ਨੇ ਕਿਹਾ ਕਿ ਮੇਰਾ ਨਾਮ ਕੇਸ਼ਵ ਹੈ, ਮੈਂ ਵਣਜਾਰਾ ਹਾਂ। ਕਬੀਰ ਜੀ ਮੇਰੇ ਪਗੜੀ ਬਦਲ ਮਿੱਤਰ ਹਨ। ਮੇਰੇ ਕੋਲ ਉਹਨਾਂ ਦਾ ਪੱਤਰ ਗਿਆ ਸੀ ਕਿ ਇੱਕ ਛੋਟਾ ਜਿਹਾ ਭੰਡਾਰਾ ਯਾਨੀ ਭੋਜਨ ਕਰਾਉਣ ਦਾ ਆਯੋਜਨ ਯਾਨੀ ਲੰਗਰ ਦਾ ਆਯੋਜਨ ਕਰਨਾ ਹੈ। ਕੁਝ ਸਮਾਨ ਲੈਂਦੇ ਆਉਣਾ। ਉਹਨਾਂ ਦੇ ਆਦੇਸ਼ ਦਾ ਪਾਲਣ ਕਰਦੇ ਹੋਏ ਸੇਵਕ ਹਾਜ਼ਰ ਹੈ। ਭੰਡਾਰਾ ਚੱਲ ਰਿਹਾ ਹੈ। ਸ਼ੇਖ ਤਕੀ ਤਾਂ ਕਲੇਜਾ ਫੜ ਕੇ ਜ਼ਮੀਨ ਉੱਤੇ ਬੈਠ ਗਿਆ ਜਦ ਇਹ ਸੁਣਿਆ ਕਿ ਇੱਕ ਛੋਟਾ ਜਿਹਾ ਭੰਡਾਰਾ ਕਰਨਾ ਹੈ। ਇੱਥੇ 18 ਲੱਖ ਵਿਅਕਤੀ ਭੋਜਨ ਕਰਨ ਆਏ ਹਨ। ਹਰੇਕ ਨੂੰ ਦੋਹਰ ਤੇ ਮੋਹਰ ਅਤੇ ਆਟਾ, ਦਾਲ, ਚਾਵਲ, ਘਿਓ, ਖੰਡ ਵੀ ਸੁੱਕਾ ਸੀਧਾ ਰੂਪ ਵਿੱਚ ਦੇ ਰਹੇ ਹਨ। ਇਸ ਨੂੰ ਛੋਟਾ ਜਿਹਾ ਭੰਡਾਰਾ ਕਹਿ ਰਹੇ ਹਨ, ਪਰੰਤੂ ਈਰਖਾ ਦੀ ਅਗਨੀ ਵਿੱਚ ਜਲਦਾ ਹੋਇਆ ਵਿਸ਼ਰਾਮ ਗ੍ਰਹਿ ਵਿੱਚ ਚਲਿਆ ਗਿਆ ਜਿੱਥੇ ਰਾਜਾ ਠਹਿਰਿਆ ਹੋਇਆ ਸੀ। ਸਿਕੰਦਰ ਲੋਧੀ ਨੇ ਕੇਸ਼ਵ ਤੋਂ ਪੁੱਛਿਆ, ਕਬੀਰ ਜੀ ਕਿਉਂ ਨਹੀਂ ਆਏ? ਕੇਸ਼ਵ ਨੇ ਉੱਤਰ ਦਿੱਤਾ ਕਿ ਉਹਨਾਂ ਦਾ ਗੁਲਾਮ ਜੋ ਬੈਠਾ ਹੈ, ਉਹਨਾਂ ਨੂੰ ਤਕਲੀਫ ਉਠਾਉਣ ਦੀ ਕੀ ਜ਼ਰੂਰਤ ਹੈ? ਜਦ ਇੱਛਾ ਹੋਏਗੀ ਆ ਜਾਣਗੇ। ਇਹ ਭੰਡਾਰਾ 3 ਦਿਨ ਚੱਲਣਾ ਹੈ। ਸਿਕੰਦਰ ਲੋਧੀ ਹਾਥੀ ਉੱਤੇ ਬੈਠ ਕੇ ਅੰਗਰੱਖਿਅਕਾਂ ਨਾਲ ਕਬੀਰ ਜੀ ਦੀ ਚੌਂਪੜੀ ਵਿੱਚ ਗਏ। ਹਾਥੀ ਤੋਂ ਉਤਰ ਕੇ ਰਾਜਾ ਨੇ ਦਰਵਾਜ਼ੇ ਉੱਤੇ ਦਸਤਕ ਦਿੱਤੀ। ਕਿਹਾ, ਪਰਵਰਦਿਗਾਰ ਦਰਵਾਜ਼ਾ ਯਾਨੀ ਗੇਟ ਖੋਲੋ, ਆਪ ਦਾ ਬੱਚਾ ਸਿਕੰਦਰ ਆਇਆ ਹੈ। ਕਬੀਰ ਪਰਮੇਸ਼ਵਰ ਜੀ ਨੇ ਕਿਹਾ, ਹੈ ਰਾਜਨ, ਕੁਝ ਵਿਅਕਤੀ ਮੇਰੇ ਪਿੱਛੇ ਪਏ ਹਨ।
प्रतिदिन कोई ना कोई नवा छड़यंत्र रच के परेशान करते ਹਨ। ਅੱਜ ਝੂਠਾ ਪੱਤਰ ਪਾ ਕੇ ਲੱਖਾਂ ਵਿਅਕਤੀ ਬੁਲਾਏ ਹਨ। ਮੈਂ ਨਿਰਤਨ ਜੁਲਾਹਾ ਕੱਪੜੇ ਬੁਣ ਕੇ ਪਰਿਵਾਰ ਪੋਸ਼ਣ ਕਰ ਰਿਹਾ ਹਾਂ। ਮੇਰੇ ਕੋਲ ਭੋਜਨ ਭੰਡਾਰਾ ਯਾਨੀ ਲੰਗਰ ਕਰਵਾਉਣ ਅਤੇ ਦਕਸ਼ਿਣਾ ਦੇਣ ਦੇ ਲਈ ਧਨ ਨਹੀਂ ਹੈ। ਮੈਂ ਰਾਤ ਨੂੰ ਆਪਣੇ ਪਰਿਵਾਰ ਸਹਿਤ ਕਾਸ਼ੀ ਨਗਰ ਨੂੰ ਤਿਆਗ ਕੇ ਕਿਤੇ ਦੂਰ ਸਥਾਨ ਉੱਤੇ ਚਲਿਆ ਜਾਊਂਗਾ। ਮੈਂ ਦਰਵਾਜ਼ਾ ਨਹੀਂ ਖੋਲੂੰਗਾ। ਸਿਕੰਦਰ ਸਮਰਾਟ ਬੋਲਿਆ, ਹੇ ਕਾਦਰ ਅੱਲਾ ਯਾਨੀ ਸਮਰੱਥ ਪਰਮਾਤਮਾ, ਮੈਂ ਆਪ ਨੂੰ ਪਹਿਚਾਣਿਆ ਹੈ। ਆਪ ਮੈਨੂੰ ਨਹੀਂ ਪਰਮਾ ਸਕਦੇ। ਆਪਣੇ ਚੌਪੜ ਦੇ ਖੁੱਲੇ ਸਥਾਨ ਉੱਤੇ ਕਿਵੇਂ ਭੰਡਾਰਾ ਲਗਾਇਆ ਹੈ? ਤੁਹਾਡਾ ਮਿੱਤਰ ਕੇਸ਼ਵ ਆਇਆ ਹੈ, ਅਪਾਰ ਖਾਦ ਸਮੱਗਰੀ ਲਿਆਇਆ ਹੈ। ਲੱਖਾਂ ਲੋਕ ਭੋਜਨ ਕਰਕੇ ਤੁਹਾਡਾ ਜੈ ਜੈਕਾਰ ਕਰ ਰਹੇ ਹਨ, ਤੁਹਾਡਾ ਦਰਸ਼ਨ ਕਰਨਾ ਚਾਹੁੰਦੇ ਹਨ। ਇੱਕ ਵਾਰ ਕਵਾੜ ਖੋਲ ਕੇ ਆਪਣੇ ਗੁਲਾਮ ਸਿਕੰਦਰ ਨੂੰ ਦਰਸ਼ਨ ਤਾਂ ਦੇਵੋ। ਕਬੀਰ ਜੀ ਨੇ ਸੰਤ ਰਵਿਦਾਸ ਜੀ ਨੂੰ ਕਿਹਾ ਕਿ ਖੋਲ ਦੇਵੋ ਕਵਾੜ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 47। ਦਰਵਾਜ਼ਾ ਖੁੱਲਦੇ ਹੀ ਸਿਕੰਦਰ ਰਾਜਾ ਨੇ ਜੁੱਤੀ ਉਤਾਰ ਕੇ ਮੁਕਟ ਸਹਿਤ ਦੰਡਵਤ ਪ੍ਰਣਾਮ ਕੀਤਾ। ਫਿਰ ਕਾਸ਼ੀ ਵਿੱਚ ਚੱਲ ਰਹੇ ਭੋਜਨ ਭੰਡਾਰੇ ਵਿੱਚ ਚੱਲਣ ਦੀ ਬੇਨਤੀ ਕੀਤੀ। ਜਦ ਕਬੀਰ ਜੀ ਚੌਂਪੜੀ ਤੋਂ ਬਾਹਰ ਨਿਕਲੇ ਤਾਂ ਆਕਾਸ਼ ਤੋਂ ਸੁੰਦਰ ਮੁਕਟ ਆਇਆ ਅਤੇ ਪਰਮਾਤਮਾ ਕਬੀਰ ਜੀ ਦੇ ਸਿਰ ਸੁਸ਼ੋਭਿਤ ਹੋਇਆ ਤੇ ਆਸਮਾਨ ਤੋਂ ਸੁਗੰਧਿਤ ਫੁੱਲ ਵਰਸਣ ਲੱਗੇ। ਰਾਜਾ ਨੇ ਕਬੀਰ ਪਰਮੇਸ਼ਵਰ ਜੀ ਨੂੰ ਹਾਥੀ ਉੱਤੇ ਚੜ੍ਹਨ ਦੀ ਪ੍ਰਾਰਥਨਾ ਕੀਤੀ। ਕਬੀਰ ਜੀ ਨੇ ਰਵਿਦਾਸ ਜੀ ਨੂੰ ਨਾਲ ਲਿਆ। ਰਾਜਾ ਰਵਿਦਾਸ ਜੀ ਤੇ ਪਰਮਾਤਮਾ ਕਬੀਰ ਜੀ ਤਿੰਨੋਂ ਹਾਥੀ ਉੱਤੇ ਚੜ੍ਹ ਕੇ ਭੰਡਾਰਾ ਸਥਲ ਉੱਤੇ ਆਏ। ਸਭ ਨਾਲ ਕਬੀਰ ਸੇਠ ਦੀ ਜਾਣ ਪਹਿਚਾਣ ਕਰਵਾਈ ਗਈ ਅਤੇ ਕੇਸ਼ਵ ਰੂਪ ਵਿੱਚ ਖੁਦ ਡਬਲ ਰੋਲ ਕਰਕੇ ਉਪਸਥਿਤ ਸੰਤਾਂ ਭਗਤਾਂ ਨੂੰ ਪ੍ਰਸ਼ਨ ਉੱਤਰ ਕਰਕੇ ਸਤਸੰਗ ਸੁਣਾਇਆ ਜੋ 24 ਘੰਟੇ ਤੱਕ ਚੱਲਿਆ। ਕਈ ਲੱਖ ਸੰਤਾਂ ਨੇ ਆਪਣੀ ਗਲਤ ਭਗਤੀ ਤਿਆਗ ਕੇ ਕਬੀਰ ਜੀ ਤੋਂ ਦੀਖਿਆ ਲਈ ਆਪਣਾ ਕਲਿਆਣ ਕਰਾਇਆ। ਭੰਡਾਰੇ ਦੇ ਸਮਾਪਨ ਦੇ ਬਾਅਦ ਜਦੋਂ ਬਚਿਆ ਹੋਇਆ ਸਭ ਸਮਾਨ ਤੇ ਟੈਂਟ ਬੈਲਾ ਉੱਤੇ ਲੱਦ ਕੇ ਚੱਲਣ ਲੱਗੇ। ਉਸ ਸਮੇਂ ਸਿਕੰਦਰ ਲੋਧੀ ਰਾਜਾ ਅਤੇ ਸ਼ੇਖ ਤਕੀ ਕੇਸ਼ਵ ਅਤੇ ਕਬੀਰ ਜੀ ਇੱਕ ਸਥਾਨ ਉੱਤੇ ਖੜੇ ਸਨ। ਸਭ ਬੈਲ ਤੇ ਨਾਲ ਲਿਆਂਦੇ ਸੇਵਕ ਜੋ ਵਣਜਾਰਿਆਂ ਦੀ ਪੇਸ਼-ਪੂਸ਼ਾ ਵਿੱਚ ਸਨ ਗੰਗਾ ਪਾਰ ਕਰਕੇ ਚਲੇ ਗਏ। ਕੁਝ ਦੇਰ ਦੇ ਬਾਅਦ ਸਿਕੰਦਰ ਲੋਧੀ ਰਾਜਾ ਨੇ ਕੇਸ਼ਵ ਨੂੰ ਕਿਹਾ, ਤੁਸੀਂ ਜਾਓ, ਤੁਹਾਡੇ ਬੈਲ ਤੇ ਸਾਥੀ ਜਾ ਰਹੇ ਹਨ ਜਿਸ ਤਰਫ ਬੈਲ ਅਤੇ ਵਣਜਾਰੇ ਗਏ ਸਨ। ਉਧਰ ਰਾਜਾ ਨੇ ਦੇਖਿਆ ਤਾਂ ਕੋਈ ਵੀ ਨਹੀਂ ਸੀ। ਹੈਰਾਨ ਹੋ ਕੇ ਰਾਜਾ ਨੇ ਪੁੱਛਿਆ, ਕਬੀਰ ਜੀ ਉਹ ਬੈਲ ਤੇ ਵਣਜਾਰੇ ਇੰਨੀ ਜਲਦੀ ਕਿੱਥੇ ਚਲੇ ਗਏ? ਉਸੀ ਸਮੇਂ ਦੇਖਦੇ ਦੇਖਦੇ ਕੇਸ਼ਵ ਵੀ ਪਰਮੇਸ਼ਵਰ ਕਬੀਰ ਜੀ ਦੇ ਸਰੀਰ ਵਿੱਚ ਸਮਾ ਗਏ। ਇਕੱਲੇ ਕਬੀਰ ਜੀ ਖੜੇ ਸਨ। ਸਭ ਮਾਜਰਾ ਯਾਨੀ ਰਹੱਸ ਸਮਝ ਕੇ ਸਿਕੰਦਰ ਲੋਧੀ ਰਾਜਾ ਨੇ ਕਿਹਾ ਕਿ ਕਬੀਰ ਜੀ ਇਹ ਸਭ ਲੀਲਾ ਆਪ ਦੀ ਹੀ ਸੀ, ਆਪ ਖੁਦ ਪਰਮਾਤਮਾ ਹੋ। ਸ਼ੇਖ ਤਕੀ ਦੇ ਤਾਂ ਤਨ ਮਨ ਵਿੱਚ ਈਰਖਾ ਦੀ ਅੱਗ ਲੱਗ ਗਈ। ਕਹਿਣ ਲੱਗਾ, ਐਸੇ ਐਸੇ ਭੰਡਾਰੇ ਅਸੀਂ 100 ਕਰ ਦਈਏ। ਇਹ ਕੀ ਭੰਡਾਰਾ ਕੀਤਾ ਹੈ? ਮਹੋਛਾ ਕੀਤਾ ਹੈ। ਮਹੋਛਾ ਉਸ ਅਨੁਸ਼ਠਾਨ ਨੂੰ ਕਹਿੰਦੇ ਹਨ ਜੋ ਕਿਸੇ ਗੁਰੂ ਦੁਆਰਾ ਕਿਸੇ ਬਿਰਧ ਦੀ ਗਤੀ ਕਰਨ ਦੇ ਲਈ ਥੋਪਿਆ ਜਾਂਦਾ ਹੈ। ਉਸ ਦੇ ਲਈ ਸਭ ਘਟੀਆ ਸਮਾਨ ਲਗਾਇਆ ਜਾਂਦਾ ਹੈ। ਯੱਗ ਜੋਨਾਰ ਕਰਨਾ ਉਸ ਅਨੁਸ਼ਠਾਨ ਨੂੰ ਕਹਿੰਦੇ ਹਨ ਜੋ ਵਿਸ਼ੇਸ਼ ਖੁਸ਼ੀ ਦੇ ਅਵਸਰ ਉੱਤੇ ਕੀਤਾ ਜਾਂਦਾ ਹੈ, ਜਿਸ ਵਿੱਚ ਅਨੁਸ਼ਠਾਨ ਕਰਨ ਵਾਲਾ ਦਿਲ ਖੋਲ ਕੇ ਰੁਪਏ ਲਗਾਉਂਦਾ ਹੈ। ਸੰਤ ਗਰੀਬਦਾਸ ਜੀ ਨੇ ਕਿਹਾ ਹੈ ਕਿ ਗਰੀਬ ਕੋਈ ਕਹੇ ਜਗ ਜੋਨਾਰ ਕਰੀ ਹੈ, ਕੋਈ ਕਹੇ ਮਹੋਛਾ, ਵੜੇ ਵਡਿਆਈ ਕੀਆ ਕਰੇ, ਗਾਲੀ ਕਾਢੇ ਔਛਾ। ਸਾਰੰਸ਼ ਕਬੀਰ ਜੀ ਨੇ ਭਗਤਾਂ ਨੂੰ ਉਦਾਹਰਨ ਦਿੱਤਾ ਹੈ ਕਿ ਜੇਕਰ ਆਪ ਮੇਰੀ ਤਰ੍ਹਾਂ ਸੱਚੇ ਮਨ ਨਾਲ ਭਗਤੀ ਕਰੋਗੇ ਤੇ ਇਮਾਨਦਾਰੀ ਨਾਲ ਨਿਰਵਾਹ ਕਰੋਗੇ ਤਾਂ ਪਰਮਾਤਮਾ ਆਪ ਦੀ ਇਸ ਤਰ੍ਹਾਂ ਸਹਾਇਤਾ ਕਰਦਾ ਹੈ। ਭਗਤ ਹੀ ਅਸਲ ਵਿੱਚ ਸੇਠ ਅਰਥਾਤ ਧਨਵੰਤਾ ਹਨ। ਭਗਤ ਦੇ ਕੋਲ ਦੋਨੋਂ ਧਨ ਹੈ। ਸੰਸਾਰ ਵਿੱਚ ਜੋ ਚਾਹੀਦਾ ਹੈ ਉਹ ਵੀ ਧਨ ਭਗਤ ਦੇ ਕੋਲ ਹੁੰਦਾ ਹੈ ਤੇ ਸਤ ਸਾਧਨਾ ਰੂਪੀ ਧਨ ਵੀ ਭਗਤ ਦੇ ਕੋਲ ਹੁੰਦਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 48। ਇੱਕ ਹੋਰ ਕਰਿਸ਼ਮਾ ਜੋ ਉਸ ਭੰਡਾਰੇ ਵਿੱਚ ਹੋਇਆ ਉਹ ਜ਼ਮੀਨਵਾਰ ਯਾਨੀ ਲੰਗਰ 3 ਦਿਨ ਤੱਕ ਚੱਲਿਆ ਸੀ। ਦਿਨ ਵਿੱਚ ਵਿਅਕਤੀ ਘੱਟ ਤੋਂ ਘੱਟ 2 ਵਾਰ ਭੋਜਨ ਖਾਂਦੇ ਸਨ। ਕੁਝ ਤਾਂ 3-4 ਵਾਰ ਵੀ ਖਾਂਦੇ ਸਨ, ਕਿਉਂਕਿ ਪ੍ਰਤੇਕ ਭੋਜਨ ਦੇ ਪਿੱਛੋਂ ਦਕਸ਼ਿਣਾ ਵਿੱਚ ਇੱਕ ਮੋਹਰ ਯਾਨੀ 10 ਗ੍ਰਾਮ ਸੋਨਾ ਅਤੇ ਇੱਕ ਦੋਹਰ ਯਾਨੀ ਕੀਮਤੀ ਸੂਤੀ ਸ਼ਾਲ ਦਿੱਤਾ ਜਾ ਰਿਹਾ ਸੀ। ਇਸ ਲਾਲਚ ਵਿੱਚ ਵਾਰ-ਵਾਰ ਭੋਜਨ ਖਾਂਦੇ ਸਨ। 3 ਦਿਨ ਤੱਕ 18 ਲੱਖ ਵਿਅਕਤੀ ਸ਼ੌਚ ਅਤੇ ਪੇਸ਼ਾਬ ਕਰਕੇ ਕਾਸ਼ੀ ਦੇ ਚਾਰੋਂ ਤਰਫ ਢੇਰ ਲਗਾ ਦਿੱਤੇ ਹੁੰਦੇ। ਕਾਸ਼ੀ ਨੂੰ ਸੜਾਨਦ ਨਾਲ ਭਰਦੇ। ਕਾਸ਼ੀ ਨਿਵਾਸੀਆਂ ਅਤੇ ਉਹਨਾਂ 18 ਲੱਖ ਅਤਿਥੀਆਂ ਤੇ 1 ਲੱਖ ਸੇਵਾਦਾਰ ਜੋ ਸਤਲੋਕ ਤੋਂ ਆਏ ਸਨ ਉਸ ਗੰਧ ਦਾ ਢੇਰ ਲੱਗ ਜਾਂਦਾ। ਸਵਾਂਸ ਲੈਣਾ ਦੁਬਰ ਹੋ ਜਾਂਦਾ, ਪਰੰਤੂ ਅਜਿਹਾ ਮਹਿਸੂਸ ਹੀ ਨਹੀਂ ਹੋਇਆ। ਸਭ ਦਿਨ ਵਿੱਚ 2-3 ਵਾਰ ਭੋਜਨ ਖਾ ਰਹੇ ਸਨ।
ਪਰੰਤੂ ਸ਼ੌਚ ਇੱਕ ਵਾਰ ਵੀ ਨਹੀਂ ਜਾ ਰਹੇ ਸਨ, ਨਾ ਪੇਸ਼ਾਬ ਕਰ ਰਹੇ ਸਨ। ਇੰਨਾ ਸਵਾਦਿਸ਼ਟ ਭੋਜਨ ਸੀ ਕਿ ਪੇਟ ਭਰ ਕੇ ਖਾ ਰਹੇ ਸਨ। ਪਹਿਲਾਂ ਤੋਂ ਦੁੱਗਣਾ ਖਾ ਰਹੇ ਸਨ। ਉਹਨਾਂ ਸਭ ਨੂੰ ਮੱਧ ਦੇ ਦਿਨ ਟੈਨਸ਼ਨ ਯਾਨੀ ਚਿੰਤਾ ਹੋਈ ਕਿ ਨਾ ਤਾਂ ਪੇਟ ਭਾਰੀ ਹੈ, ਭੁੱਖ ਠੀਕ ਲੱਗ ਰਹੀ ਹੈ, ਕਿਤੇ ਰੋਗੀ ਨਾ ਹੋ ਜਾਈਏ। ਸਤਲੋਕ ਤੋਂ ਆਏ ਸੇਵਕਾਂ ਨੂੰ ਸਮੱਸਿਆ ਦੱਸੀ ਤਾਂ ਉਹਨਾਂ ਨੇ ਕਿਹਾ ਕਿ ਇਹ ਭੋਜਨ ਐਸੀ ਜੜੀ ਬੂਟੀਆਂ ਪਾ ਕੇ ਬਣਾਇਆ ਹੈ ਜਿਸ ਨਾਲ ਇਹ ਸਰੀਰ ਵਿੱਚ ਸਮਾ ਜਾਏਗਾ। ਅਸੀਂ ਤਾਂ ਪ੍ਰਤੀਦਿਨ ਇਹੀ ਭੋਜਨ ਲੰਗਰ ਵਿੱਚ ਬਣਾਉਂਦੇ ਹਾਂ, ਇਹੀ ਖਾਂਦੇ ਹਾਂ। ਅਸੀਂ ਕਦੇ ਸ਼ੌਚ ਨਹੀਂ ਜਾਂਦੇ ਤੇ ਨਾ ਪੇਸ਼ਾਬ ਕਰਦੇ। ਆਪ ਨਿਸ਼ਚਿੰਤ ਰਹੋ। ਫਿਰ ਵੀ ਵਿਚਾਰ ਕਰ ਰਹੇ ਸਨ ਕਿ ਖਾਣਾ ਖਾਦਾ ਹੈ, ਪਰੰਤੂ ਕੁਝ ਮਲ ਤਾਂ ਨਿਕਲਣਾ ਚਾਹੀਦਾ ਹੈ। ਉਹਨਾਂ ਨੂੰ ਲੈਟਰੀਨ ਜਾਣ ਦਾ ਦਬਾਅ ਹੋਇਆ। ਸਭ ਸ਼ਹਿਰ ਤੋਂ ਬਾਹਰ ਚੱਲ ਪਏ। ਟੱਟੀ ਦੇ ਲਈ ਇਕਾਂਤ ਸਥਾਨ ਖੋਜ ਕੇ ਬੈਠੇ ਤਾਂ ਗੁਦਾ ਤੋਂ ਹਵਾ ਨਿਕਲੀ। ਪੇਟ ਹਲਕਾ ਹੋ ਗਿਆ ਤੇ ਹਵਾ ਤੋਂ ਸੁਗੰਧ ਨਿਕਲੀ ਜਿਵੇਂ ਕੇਵੜੇ ਦਾ ਪਾਣੀ ਛਿੜਕਿਆ ਹੋਵੇ। ਇਹ ਸਭ ਦੇਖ ਕੇ ਸਭ ਨੂੰ ਸੇਵਾਦਾਰਾਂ ਦੀ ਗੱਲ ਉੱਤੇ ਵਿਸ਼ਵਾਸ ਹੋਇਆ। ਫਿਰ ਉਹਨਾਂ ਦਾ ਭੈ ਸਮਾਪਤ ਹੋਇਆ, ਪਰੰਤੂ ਫਿਰ ਵੀ ਸਭ ਦੀਆਂ ਅੱਖਾਂ ਉੱਤੇ ਅਗਿਆਨ ਦੀ ਪੱਟੀ ਬੰਨੀ ਸੀ। ਪਰਮੇਸ਼ਵਰ ਕਬੀਰ ਜੀ ਨੂੰ ਪਰਮੇਸ਼ਵਰ ਨਹੀਂ ਸਵੀਕਾਰਿਆ। ਪੁਰਾਣਾ ਵਿੱਚ ਵੀ ਪ੍ਰਕਰਨ ਆਉਂਦਾ ਹੈ ਕਿ ਅਯੋਧਿਆ ਦੇ ਰਾਜਾ ਰਿਸ਼ਭਦੇਵ ਜੀ ਰਾਜ ਤਿਆਗ ਕੇ ਜੰਗਲਾਂ ਵਿੱਚ ਸਾਧਨਾ ਕਰਦੇ ਸਨ। ਉਹਨਾਂ ਨੂੰ ਭੋਜਨ ਸਵਰਗ ਵਿੱਚੋਂ ਆਉਂਦਾ ਸੀ। ਉਹਨਾਂ ਦੇ ਮਲ ਯਾਨੀ ਪਾਖਾਨੇ ਤੋਂ ਸੁਗੰਧ ਨਿਕਲਦੀ ਸੀ। ਆਸ-ਪਾਸ ਦੇ ਖੇਤਰ ਦੇ ਵਿਅਕਤੀ ਇਸ ਨੂੰ ਦੇਖ ਕੇ ਹੈਰਾਨ ਹੋਏ ਸਨ। ਇਸੇ ਤਰ੍ਹਾਂ ਸਤਲੋਕ ਦਾ ਆਹਾਰ ਕਰਨ ਨਾਲ ਕੇਵਲ ਸੁਗੰਧ ਨਿਕਲਦੀ ਹੈ, ਮਲ ਨਹੀਂ। ਸਵਰਗ ਤਾਂ ਸਤਲੋਕ ਦੀ ਨਕਲ ਹੈ, ਜੋ ਨਕਲੀ ਯਾਨੀ ਡੁਪਲੀਕੇਟ ਹੈ। ਪ੍ਰਸ਼ਨ: ਭਗਤੀ ਦੇ ਲਈ ਘਰ ਤਿਆਗ ਕੇ ਜਾਣਾ ਜਾਂ ਘਰ ਰਹਿ ਕੇ ਭਗਤੀ ਕਰਨਾ ਕਿਹੜਾ ਸ਼੍ਰੇਸ਼ਟ ਹੈ? ਉੱਤਰ: ਸ਼ਾਸਤਰ ਵਿਧੀ ਅਨੁਸਾਰ ਪੂਰਨ ਗੁਰੂ ਤੋਂ ਦੀਖਿਆ ਲੈ ਕੇ ਭਗਤੀ ਮਰਿਆਦਾ ਦਾ ਨਿਰਵਾਹ ਕਰਦੇ ਹੋਏ ਆਜੀਵਨ ਸਾਧਨਾ ਕਰਨ ਨਾਲ ਮੋਕਸ਼ ਹੋਏਗਾ। ਜੇਕਰ ਘਰ ਤਿਆਗ ਕੇ ਬਣ ਵਿੱਚ ਚਲੇ ਗਏ ਤਾਂ ਭੋਜਨ ਦੇ ਲਈ ਫਿਰ ਪਿੰਡ ਜਾਂ ਸ਼ਹਿਰ ਵਿੱਚ ਗ੍ਰਹਿਸਥੀ ਦੇ ਦੁਆਰ ਉੱਤੇ ਆਉਣਾ ਹੋਏਗਾ। ਗਰਮੀ ਸਰਦੀ ਬਾਰਿਸ਼ ਤੋਂ ਬਚਣ ਦੇ ਲਈ ਕੋਈ ਕੁਟੀਆ ਬਣਾਉਣੀ ਪਵੇਗੀ। ਵਸਤਰ ਵੀ ਮੰਗਣੇ ਪੈਣਗੇ। ਉਹ ਫਿਰ ਘਰ ਬਣ ਗਿਆ। ਇਸ ਲਈ ਘਰ ਹੀ ਰਹੋ, ਸਤ ਸਾਧਨਾ ਕਰੋ, ਮੋਕਸ਼ ਨਿਸ਼ਚਿਤ ਹੈ। ਵਿਆਹ ਹੋ ਜਾਂ ਨਾ ਹੋਵੇ, ਦੋਨੋਂ ਹੀ ਭਗਤੀ ਕਰਕੇ ਮੋਕਸ਼ ਪ੍ਰਾਪਤ ਕਰ ਸਕਦੇ ਹਨ। ਕਈ ਵਿਅਕਤੀ ਕਹਿੰਦੇ ਹਨ ਕਿ ਭਗਤੀ ਬ੍ਰਹਮਚਾਰੀ ਜੀਵਨ ਵਿੱਚ ਹੀ ਹੋ ਸਕਦੀ ਹੈ। ਇਸ ਦਾ ਵੀ ਉੱਤਰ ਹੈ ਕਿ ਸਤ ਸਾਧਨਾ ਸ਼ਾਸਤਰ ਅਨੁਸਾਰ ਕਰਕੇ ਦੋਨੋਂ ਮੋਕਸ਼ ਪ੍ਰਾਪਤ ਕਰ ਸਕਦੇ ਹਨ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 49। ਉਦਾਹਰਨ: ਅਸੀਂ ਮੰਨਦੇ ਹਾਂ ਕਿ ਭਗਤ ਧਰੁਵ ਜੀ ਅਤੇ ਭਗਤ ਪ੍ਰਹਿਲਾਦ ਜੀ ਨੇ ਮੋਕਸ਼ ਪ੍ਰਾਪਤ ਕੀਤਾ ਸੀ। ਇਹਨਾਂ ਦੋਨਾਂ ਨੇ ਵਿਆਹ ਕਰਾਇਆ ਸੀ। ਬੱਚੇ ਵੀ ਸਨ। ਪ੍ਰਹਿਲਾਦ ਜੀ ਦਾ ਪੁੱਤਰ ਬੈਲੋਚਨ ਸੀ। ਪੋਤਾ ਰਾਜਾ ਬਲੀ ਸੀ ਜਿਸ ਨੇ 100 ਯੱਗ ਕੀਤੇ ਸਨ। ਭਗਵਾਨ ਨੇ ਬਾਵਨਾ ਰੂਪ ਧਾਰਨ ਕਰਕੇ 3 ਕਦਮ ਜ਼ਮੀਨ ਦਕਸ਼ਿਣਾ ਵਿੱਚ ਮੰਗੀ ਸੀ। ਜੋ ਕਹਿੰਦੇ ਹਨ ਕਿ ਬ੍ਰਹਮਚਾਰੀ ਪੁਰਸ਼ ਹੀ ਮੋਕਸ਼ ਦੇ ਅਧਿਕਾਰੀ ਹਨ। ਤਾਂ ਵਿਚਾਰ ਕਰੋ ਕਿ ਹਿਜੜੇ ਯਾਨੀ ਖੁਸ਼ਰੇ ਤਾਂ ਸਦਾ ਹੀ ਬ੍ਰਹਮਚਾਰੀ ਹਨ। ਉਹ ਹੋਰ ਵੀ ਜ਼ਿਆਦਾ ਅਧਿਕਾਰੀ ਹੋਏ। ਸਤ ਸਾਧਨਾ ਕਰਨ ਨਾਲ ਹਿਜੜੇ, ਬ੍ਰਹਮਚਾਰੀ, ਗ੍ਰਹਿਸਥੀ ਅਤੇ ਇਸਤਰੀ ਸਭ ਮੋਕਸ਼ ਪ੍ਰਾਪਤ ਕਰ ਲੈਂਦੇ ਹਨ। ਸੰਤ ਗਰੀਬਦਾਸ ਜੀ ਨੇ ਕਬੀਰ ਜੀ ਦੇ ਗਿਆਨ ਨੂੰ ਦੱਸਿਆ ਹੈ ਕਿ ਬਾਣੀ ਸੰਖਿਆ 1 ਗਰੀਬ ਡੇਰੇ ਡਾਂਡੇ ਖੁਸ਼ ਰਹੋ, ਖੁਸ਼ਰੇ ਲਹੈ ਨਾ ਮੋਕਸ਼। ਧਰੁਵ ਪ੍ਰਹਿਲਾਦ ਪਾਰ ਹੋਏ, ਫਿਰ ਡੇਰੇ ਘਰ ਮੈਂ ਕੀ ਦੋਸ਼। ਬਾਣੀ ਸੰਖਿਆ 2 ਗਰੀਬ केले की कोपीन है, फूल पात फल खाई। नर का मुख नहीं देखते, बस्ती निकट नहीं जाई। बाणी संख्या 3 गरीब वे जंगल के रोज है, जो मनुष्यो बिद के जाही। निश दिन फिरो उजाड़ में, यूं साई पावे नाही। बाणी संख्या 4 गरीब गाडी बाहो कर रहो, खेती करो खुशहाल। साई सिर ऊपर राखिए, सही भगत हरलाल। भावरथ बाणी संख्या 1 ਦਾ ਭਾਵ ਉੱਤੇ ਦੱਸ ਦਿੱਤਾ ਹੈ। ਬਾਣੀ ਸੰਖਿਆ 2 ਜਾਂ 3 ਦਾ ਭਾਵ ਅਰਥ ਕੁਝ ਵਿਅਕਤੀ ਦੱਸ ਰਹੇ ਸਨ ਕਿ ਅਸੀਂ ਸੰਤ ਦੀ ਖੋਜ ਵਿੱਚ ਪਹਾੜਾਂ ਜੰਗਲਾਂ ਵਿੱਚ ਗਏ। ਇੱਕ ਜਗ੍ਹਾ ਜੰਗਲ ਵਿੱਚ ਇੱਕ ਸਾਧੂ ਰਹਿੰਦਾ ਸੀ। ਉਸ ਦੇ ਵਿਸ਼ੇ ਵਿੱਚ ਉੱਥੇ ਆਸ-ਪਾਸ ਦੇ ਪਿੰਡਾਂ ਵਾਲੇ ਦੱਸ ਰਹੇ ਸਨ ਕਿ ਉਹ ਸਾਧੂ ਪਰਦੇ ਉੱਤੇ ਕੇਲੇ ਦੇ ਪੱਤੇ ਲੰਗੋਟ ਰੂਪ ਵਿੱਚ ਬੰਨ੍ਹਦਾ ਹੈ ਤੇ ਜੰਗਲ ਵਿੱਚ ਪੱਤੇ ਫਲ ਫੁੱਲ ਖਾਂਦਾ ਹੈ। ਪਿੰਡ ਦੇ ਨਿਕਟ ਵੀ ਨਹੀਂ ਆਉਂਦਾ। ਮਨੁੱਖ ਦਾ ਤਾਂ ਮੁੱਖ ਵੀ ਨਹੀਂ ਦੇਖਦਾ। ਦੇਖਦੇ ਹੀ ਪੂਰੀ ਗਤੀ ਨਾਲ ਭੱਜ ਕੇ ਜੰਗਲ ਵਿੱਚ ਚਲਿਆ ਜਾਂਦਾ ਹੈ। ਲੋਕ ਕਹਿ ਰਹੇ ਸਨ ਕਿ ਜਿਸ ਨੂੰ ਵੀ ਉਸ ਦੇ ਦਰਸ਼ਨ ਹੋ ਜਾਂਦੇ ਹਨ, ਮਾਲਾ ਮਾਲ ਹੋ ਜਾਂਦਾ ਹੈ। ਅਸੀਂ ਕਈ ਦਿਨ ਦਰਸ਼ਨ ਦੇ ਲਈ ਉਸ ਜੰਗਲ ਵਿੱਚ ਸਵੇਰੇ ਜਾਂਦੇ ਅਤੇ ਸ਼ਾਮ ਤੱਕ ਰਹਿੰਦੇ। ਇੱਕ ਦਿਨ ਭੱਜਦੇ ਦੀ ਪਿੱਠ ਦਿਖੀ, ਦਰਸ਼ਨ ਹੋ ਜਾਂਦੇ ਤਾਂ ਪੌ 12 ਹੋ ਜਾਂਦੇ। ਵਿਚਾਰ ਕਰੋ ਕਿ ਅਜਿਹੇ ਵਿਅਕਤੀ ਅਪਰਾਧੀ ਹੁੰਦਾ ਹੈ ਜੋ ਪੁਲਿਸ ਤੋਂ ਬਚਣ ਦੇ ਲਈ ਟੌਂਗ ਕਰੇ ਹੈ। ਸੰਤ ਗਰੀਬਦਾਸ ਜੀ ਨੇ ਅਜਿਹੇ ਵਿਅਕਤੀ ਨੂੰ ਰੋਜ਼ ਯਾਨੀ ਨੀਲਗਾਉ ਦੀ ਉਪਮਾ ਦਿੱਤੀ ਹੈ।
ਜੋ ਆਦਮੀਆਂ ਤੋਂ ਡਰ ਕੇ ਭੱਜਦੇ ਫਿਰਦੇ ਹਨ, ਅਜਿਹੇ ਵਿਅਕਤੀ ਚਾਹੇ ਦਿਨ ਰਾਤ ਜੰਗਲ ਉਜਾੜ ਵਿੱਚ ਭਟਕਣ, ਪਰਮਾਤਮਾ ਪ੍ਰਾਪਤ ਨਹੀਂ ਹੋ ਸਕਦਾ। ਬਾਣੀ ਸੰਖਿਆ 4 ਦਾ ਭਾਵਅਰਥ। ਗਰੀਬ ਗਾਡੀ ਬਾਹੋ ਘਰ ਰਹੋ, ਖੇਤੀ ਕਰੋ ਖੁਸ਼ਹਾਲ, ਸਾਈਂ ਸਿਰ ਉੱਪਰ ਰਾਖੀਏ, ਸਹੀ ਭਗਤ ਹਰਲਾਲ। ਹਰਲਾਲ ਜੱਟ ਦੀ ਕਥਾ। ਪਿੰਡ ਬੇਰੀ ਯਾਨੀ ਜ਼ਿਲ੍ਹਾ ਝੱਜਰ, ਪ੍ਰਾਂਤ ਹਰਿਆਣਾ ਵਿੱਚ ਇੱਕ ਹਰਲਾਲ ਨਾਮ ਦਾ ਜੱਟ ਕਿਸਾਨ ਸੀ ਜੋ ਧਾਰਮਿਕ ਪ੍ਰਵਿਰਤੀ ਦਾ ਸੀ। ਉਸ ਦਾ ਸਾਰਾ ਪਰਿਵਾਰ ਧਾਰਮਿਕ ਵਿਚਾਰਾਂ ਵਾਲਾ ਸੀ। ਭਗਵਾ ਪੇਸ਼ ਵਿੱਚ ਇੱਕ ਵਿਅਕਤੀ ਪਿੰਡ ਬੇਰੀ ਦੀ ਚੌਪਾਲ ਵਿੱਚ ਰੁਕਿਆ। ਉਸਨੇ ਕੁਝ ਦਿਨ ਸਤਸੰਗ ਕੀਤਾ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 50। ਭਗਤ ਹਰਲਾਲ ਜੀ ਨੇ ਉਹਨਾਂ ਦਾ ਪਹਿਚਾਣ ਪੁੱਛੀ ਤਾਂ ਪਤਾ ਚੱਲਿਆ ਕਿ ਉਸਦੇ ਘਰ ਕੋਈ ਨਹੀਂ ਹੈ। ਮਾਤਾ ਪਿਤਾ ਬਚਪਨ ਵਿੱਚ ਚੱਲ ਵਸੇ ਸਨ। ਭਗਤੀ ਦੇ ਲਈ ਘਰ ਛੱਡਿਆ ਹੈ। ਭਗਤ ਹਰਲਾਲ ਜੀ ਨੇ ਬੇਨਤੀ ਕੀਤੀ ਕਿ ਆਪ ਸਾਡੇ ਘਰ ਰਹੋ, ਸਾਨੂੰ ਸੰਤ ਦੀ ਸੇਵਾ ਮਿਲੇਗੀ, ਆਪ ਨੂੰ ਭਗਤੀ ਦਾ ਪੂਰਾ ਸਮੇਂ ਮਿਲੇਗਾ। ਭਗਵਾ ਪੇਸ਼ਤਾਰੀ ਨੇ ਹਾਂ ਕਰ ਦਿੱਤੀ। ਭਗਤ ਹਰਲਾਲ ਜੀ ਦੇ 2 ਮਕਾਨ ਸਨ। ਇੱਕ ਵਿੱਚ ਇਸਤਰੀਆਂ ਰਹਿੰਦੀਆਂ ਸਨ, ਦੂਸਰਾ ਕੁਝ ਦੂਰੀ ਤੇ ਸੀ, ਜਿਸ ਵਿੱਚ ਪਸ਼ੂ ਬੰਨੇ ਸਨ ਤੇ ਪੁਰਸ਼ ਸਦਸ ਰਹਿੰਦੇ ਸਨ, ਜਿਸ ਨੂੰ ਘੇਰ ਜਾਂ ਪੌਲੀ ਕਹਿੰਦੇ ਹਨ। ਇਸ ਪੌਲੀ ਦੇ ਉੱਪਰ ਇੱਕ ਚੌਬਾਰਾ ਸੀ। ਉਸ ਵਿੱਚ ਉਸ ਸਾਧੂ ਨੂੰ ਰਹਿਣ ਦੇ ਲਈ ਆਗ੍ਰਹਿ ਕੀਤਾ। ਪੂਰਾ ਪਰਿਵਾਰ ਉਸ ਦੀ ਸੇਵਾ ਕਰਦਾ, ਦੋਨੋਂ ਤਿੰਨੋਂ ਸਮੇਂ ਭੋਜਨ ਕਰਾਉਂਦਾ। ਕੁਝ ਸਾਲਾਂ ਦੇ ਮਗਰੋਂ ਉਹ ਸੰਤ ਸਰੀਰ ਤਿਆਗ ਗਿਆ। ਉਸ ਦਾ ਅੰਤਿਮ ਸੰਸਕਾਰ ਕਰਕੇ ਉਸ ਦੀ ਯਾਦਗਾਰ ਆਪਣੇ ਖੇਤ ਵਿੱਚ ਬਣਾ ਦਿੱਤੀ। ਸ੍ਰੀ ਹਰਲਾਲ ਜੱਟ ਜੀ ਬੈਲ ਗੱਡੀ ਦੇ ਦੁਆਰਾ ਵਪਾਰੀਆਂ ਦਾ ਸਮਾਨ ਇੱਕ ਮੰਡੀ ਤੋਂ ਦੂਸਰੀ ਵਿੱਚ ਕਿਰਾਏ ਤੇ ਲਿਆਉਂਦੇ ਅਤੇ ਲੈ ਕੇ ਜਾਂਦੇ ਸੀ। ਜਿਵੇਂ ਵਰਤਮਾਨ ਵਿੱਚ ਟਰੱਕ ਜਾਂ ਕੈਂਟਰ ਆਦਿ ਨਾਲ ਕਿਰਾਏ ਉੱਤੇ ਮਾਲ ਇੱਕ ਮੰਡੀ ਤੋਂ ਦੂਸਰੀ ਮੰਡੀ ਵਿੱਚ ਲਿਆਉਂਦੇ ਲੈ ਕੇ ਜਾਂਦੇ ਹਨ। ਸਨ 1750 ਦੇ ਗੁੜ, ਬਾਜਰਾ, ਗਵਾਰ ਆਦਿ ਨੂੰ ਕਿਰਾਏ ਤੇ ਢਾਉਂਦੇ ਸਨ। ਬੇਰੀ ਤੋਂ ਨਜਫਗੜ੍ਹ ਦੀ ਮੰਡੀ ਦਾ ਰਸਤਾ ਪਿੰਡ ਛੁੜਾਨੀ ਤੋਂ ਹੋ ਕੇ ਜਾਂਦਾ ਸੀ। ਸ੍ਰੀ ਹਰਲਾਲ ਜੱਟ ਜੀ ਦਾ ਇੱਕ ਬੈਲ ਗੋਰੇ ਰੰਗ ਦਾ ਸੀ ਜੋ ਕਾਮਚੋਰ ਸੀ। ਗੱਡੀ ਵਿੱਚ ਚਲਦੇ ਕੁਝ ਦੇਰ ਬਾਅਦ ਬੈਠ ਜਾਂਦਾ। ਉਸ ਨੂੰ ਡੰਡੇ ਨਾਲ ਮਾਰ-ਪੀਟ ਕਰਕੇ ਉਠਾਇਆ ਜਾਂਦਾ ਸੀ। ਕੁਝ ਦੂਰੀ ਉੱਤੇ ਫਿਰ ਬੈਠ ਜਾਂਦਾ। ਇਹ ਸਿਲਸਿਲਾ ਚੱਲਦਾ ਰਿਹਾ। ਇੱਕ ਦਿਨ ਗਰਮੀਆਂ ਦੇ ਮੌਸਮ ਵਿੱਚ ਸਵੇਰੇ ਤੋਂ ਲਗਭਗ 4 ਵਜੇ ਸ੍ਰੀ ਹਰਲਾਲ ਜੀ ਨਜਫਗੜ੍ਹ ਦੀ ਗੱਡੀ ਭਰ ਕੇ ਪਰਤ ਰਿਹਾ ਸੀ। ਪਿੰਡ ਛੁੜਾਨੀ ਦੇ ਕੋਲ ਇੱਕ ਖੂਹ ਉੱਤੇ ਪਿੰਡ ਛੁੜਾਨੀ ਦੇ ਸੰਤ ਗਰੀਬਦਾਸ ਜੀ ਇਸ਼ਨਾਨ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਇਹ ਹਰਲਾਲ ਮੱਤ ਮਾਰ, ਗਊ ਦਾ ਜਾਇਆ ਹੈ। ਸੰਤ ਗਰੀਬਦਾਸ ਜੀ ਜੱਟ ਕਿਸਾਨ ਸੀ। ਸਧਾਰਨ ਪੇਸ਼-ਪੂਸ਼ਾ ਜੋ ਹਰਿਆਣਾ ਦੀ ਸੀ। ਧੋਤੀ ਕੁਰਤਾ ਪਹਿਨਦੇ ਸਨ। ਹਰਲਾਲ ਜੀ ਬੋਲੇ, ਭਾਈ ਇਸਨੇ ਮੇਰਾ ਖੂਨ ਪੀ ਰੱਖਿਆ ਹੈ। ਅੱਧਾ ਮੀਲ ਚੱਲਦਾ ਹੈ, ਬੈਠ ਜਾਂਦਾ ਹੈ। ਸੰਤ ਗਰੀਬਦਾਸ ਜੀ ਉਸ ਬੈਲ ਦੇ ਕੋਲ ਗਏ ਅਤੇ ਉਸ ਦੇ ਕੰਨ ਵਿੱਚ ਕੁਝ ਬੋਲੇ। ਹੁਣ ਇਹ ਬੈਲ ਠੀਕ ਚਲੇਗਾ। ਸ੍ਰੀ ਹਰਲਾਲ ਜੀ ਨੂੰ ਵਿਸ਼ਵਾਸ ਨਹੀਂ ਹੋਇਆ। ਗੱਡੀ ਲੈ ਕੇ ਚੱਲ ਪਿਆ। ਉਹ ਗੋਰਾ ਬੈਲ ਦੂਸਰੇ ਬੈਲ ਤੋਂ ਵੀ ਤੇਜ਼ ਗਤੀ ਨਾਲ ਚੱਲਣ ਲੱਗਾ। ਛੁੜਾਨੀ ਪਿੰਡ ਤੋਂ ਬੇਰੀ ਤੱਕ ਬੈਠਾ ਵੀ ਨਹੀਂ ਤਾਂ ਸ੍ਰੀ ਹਰਲਾਲ ਜੀ ਦੇ ਹੈਰਾਨੀ ਅਤੇ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਉਸਨੇ ਘਰ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਤਾਂ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ। ਉਸ ਦੇ ਮਗਰੋਂ ਹਰਲਾਲ ਜੱਟ ਪਿੰਡ ਛੁੜਾਨੀ ਵਿੱਚ ਗਿਆ। ਉਸ ਤੋਂ ਗਲਤੀ ਇਹ ਲੱਗੀ ਸੀ ਕਿ ਉਸਨੇ ਉਸ ਇਸ਼ਨਾਨ ਕਰਨ ਵਾਲੇ ਦਾ ਨਾਮ ਨਹੀਂ ਪੁੱਛਿਆ ਸੀ। ਉਲਟੇ ਪੈਰ ਪਿੰਡ ਛੁੜਾਨੀ ਨੂੰ ਚੱਲ ਪਿਆ। ਵਿਚਾਰ ਕੀਤਾ ਸੀ ਕਿ ਸ਼ਾਇਦ ਪ੍ਰਤੀਦਿਨ ਉਸ ਸਮੇਂ ਇਸ਼ਨਾਨ ਕਰਨ ਆਉਂਦਾ ਹੋਵੇਗਾ। ਇਸ ਲਈ ਸਵੇਰੇ 4 ਵਜੇ ਉਸੇ ਖੂਹ ਉੱਤੇ ਪਹੁੰਚਿਆ ਤਾਂ ਸੰਤ ਗਰੀਬਦਾਸ ਜੀ ਨੇ ਪੁੱਛਿਆ ਕਿ ਇਹ ਹਰਲਾਲ ਭਾਈ ਉਸ ਬੈਲ ਦੇ ਬਾਰੇ ਵਿੱਚ ਜਾਣਨ ਆਏ ਹੋ? ਕੀ ਹਰਲਾਲ ਜੀ ਨੇ ਕਿਹਾ ਕਿ ਆਪ ਤੋਂ ਕੁਝ ਨਹੀਂ ਛੁਪਿਆ ਹੈ। ਮੈਂ ਆਪ ਤੋਂ ਇਹੀ ਜਾਣਨ ਆਇਆ ਹਾਂ ਕਿ ਆਪ ਨੇ ਕੀ ਜਾਦੂ ਕਰ ਦਿੱਤਾ। ਉਹ ਬੈਲ ਤਾਂ ਦੂਸਰੇ ਤੋਂ ਵੀ ਤੇਜ਼ ਚੱਲਦਾ ਹੈ। ਸੰਤ ਗਰੀਬਦਾਸ ਜੀ ਨੇ ਪੁੱਛਿਆ ਕਿ ਇਹ ਦੱਸਿਆ ਆਪ ਦੇ ਚੌਬਾਰੇ ਵਿੱਚ ਇੱਕ ਸਾਧੂ ਰਹਿੰਦਾ ਸੀ, ਉਸ ਦਾ ਕੀ ਹਾਲ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 51। ਮੈਂ ਇੱਕ ਦਿਨ ਉਸ ਨੂੰ ਮਿਲ ਕੇ ਆਇਆ ਸੀ। ਉਸ ਦਿਨ ਆਪ ਗੱਡੀ ਲੈ ਕੇ ਕਿਤੇ ਗਏ ਹੋਏ ਸੀ। ਹਰਲਾਲ ਜੀ ਨੇ ਦੱਸਿਆ ਕਿ ਉਹ ਤਾਂ 4 ਸਾਲ ਪਹਿਲਾਂ ਚੌਲਾ ਤਿਆਗ ਗਿਆ। ਉਸ ਦੀ ਯਾਦਗਾਰ ਯਾਨੀ ਮੜੀ ਵੀ ਬਣਾ ਰੱਖਿਆ ਹੈ। ਸੰਤ ਗਰੀਬਦਾਸ ਜੀ ਨੇ ਕਿਹਾ ਕਿ ਇਹ ਗੋਰਾ ਬੈਲ ਉਹੀ ਪਾਖੰਡੀ ਹੈ। ਮੈਂ ਉਸ ਨਾਲ ਗਿਆਨ ਚਰਚਾ ਕੀਤੀ ਸੀ। ਉਸ ਨੂੰ ਸਮਝਾਇਆ ਸੀ ਕਿ ਤੁਹਾਡੀ ਭਗਤੀ ਗਲਤ ਹੈ। ਆਪ ਭਗਤੀ ਵੀ ਨਹੀਂ ਕਰਦੇ ਹੋ, ਖਾਂਦੇ ਹੋ ਅਤੇ ਸੌ ਜਾਂਦੇ ਹੋ। ਪਰਮਾਤਮਾ ਦੇ ਦਰਬਾਰ ਵਿੱਚ ਜਦ ਲੇਖਾ ਹੋਏਗਾ ਫਿਰ ਆਪ ਨੂੰ ਪਤਾ ਚਲੇਗਾ। ਜੋ ਖਾ ਰਹੇ ਹੋ ਇਹ ਦੇਣਾ ਪਵੇਗਾ। ਗਰੀਬ ਨਰ ਸੇ ਫਿਰ ਪਸ਼ੂਆ ਕੀਜੈ, ਗਦਾ ਬੈਲ ਬਣਾਏ। ਛੱਪਣ ਭੋਗ ਕਹਾ ਮਨ ਬੌਰੇ, ਕੁਰੜੀ ਚਰਨੇ ਜਾਏ।
गरीब तुमने उस दरगाह का मैल ना देखा, धर्मराज कह तिल तिल का लेखा। परंतु वो नाराज हो गया ਅਤੇ ਬੋਲਿਆ, ਤੂੰ ਗ੍ਰਹਿਸਥੀ ਹੈ, ਮੈਂ ਬਾਲ ਬ੍ਰਹਮਚਾਰੀ ਹਾਂ। ਆਪ ਜਾਓ, ਇੱਕ ਸਾਧੂ ਨੂੰ ਸਿੱਖਿਆ ਦੇਣ ਆਇਆ ਹੈ। ਕਬੀਰ ਰਾਮ ਨਾਮ ਸੇ ਖਿਜ਼ ਮਰੈ, ਕੁਸ਼ਟੀ ਹੋ ਗਲ ਜਾਏ। ਸ਼ੁਕਰ ਹੋ ਕੇ ਜਨਮ ਲੈ, ਨਾਕ ਡੂਬਤਾ ਖਾਏ। ਭਾਵ ਅਰਥ, ਕਬੀਰ ਜੀ ਨੇ ਕਿਹਾ ਹੈ ਕਿ ਅਭਿਮਾਨੀ ਵਿਅਕਤੀ ਰਾਮ ਨਾਮ ਦੀ ਚਰਚਾ ਨਾਲ ਖਿੱਝ ਜਾਂਦਾ ਹੈ, ਫਿਰ ਕੋੜੀ ਯਾਨੀ ਕੁਸ਼ਟ ਰੋਗ ਲੱਗ ਕੇ ਗਲ ਕੇ ਮਰ ਜਾਂਦਾ ਹੈ। ਅਗਲਾ ਜਨਮ ਸੂਰ ਦਾ ਪ੍ਰਾਪਤ ਕਰਕੇ ਗੰਧ ਖਾਂਦਾ ਹੈ। ਸੂਰ ਦੀ ਨੱਕ ਵੀ ਗੰਧ ਵਿੱਚ ਡੁੱਬੀ ਰਹਿੰਦੀ ਹੈ। ਇਸ ਪ੍ਰਕਾਰ ਦਾ ਕਸ਼ਟ ਉਹ ਪ੍ਰਾਣੀ ਉਠਾਉਂਦਾ ਹੈ ਜੋ ਭਗਤੀ ਨਹੀਂ ਕਰਦਾ ਜਾਂ ਸੰਤ ਬਣ ਕੇ ਜਨਤਾ ਵਿੱਚ ਫੋਕਟ ਮਹਿਮਾ ਬਣਾਉਂਦਾ ਹੈ। ਹੇ ਹਰਲਾਲ, ਮੈਂ ਉਸ ਦੇ ਕੰਨ ਵਿੱਚ ਦੱਸਿਆ ਸੀ ਕਿ ਉਹ ਦਿਨ ਯਾਦ ਕਰ, ਮੈਂ ਕੀ ਕਿਹਾ ਸੀ, ਆਪ ਮੰਨੇ ਨਹੀਂ ਸੀ। ਹੇ ਜੀਵ, ਆਪ ਨੂੰ ਇਸ ਕਿਸਾਨ ਦਾ ਕਰਜ਼ ਉਤਾਰਨਾ ਪਵੇਗਾ। ਲੱਠ ਖਾ ਕੇ ਉਤਾਰ, ਚਾਹੇ ਰਾਜੀ ਖੁਸ਼ੀ ਉਤਾਰ, ਵੈਸੇ ਪਿੱਛਾ ਨਹੀਂ ਛੁੱਟੇਗਾ। ਉਸ ਬੈਲ ਸਰੀਰਧਾਰੀ ਨਕਲੀ ਬਾਬਾ ਨੂੰ ਗੱਲ ਸਮਝ ਵਿੱਚ ਆ ਗਈ ਹੈ। ਇਹ ਪਹਿਲਾਂ ਕਿਸ ਜਨਮ ਵਿੱਚ ਪਰਮੇਸ਼ਵਰ ਕਬੀਰ ਜੀ ਦਾ ਸ਼ਿਸ਼ ਬਣਿਆ ਸੀ, ਪਰੰਤੂ ਫਿਰ ਗਿਰੀ ਪੰਥ ਵਿੱਚ ਚੱਲਿਆ ਗਿਆ ਸੀ, ਜਿਸ ਕਾਰਨ ਇਹ ਸੁਮਾਰਗ ਤਿਆਗ ਕੇ ਜਨਮ ਮਰਨ ਦਾ ਕਸ਼ਟ ਭੋਗ ਰਿਹਾ ਹੈ। ਹੁਣ ਇਹ ਕਦੀ ਨਹੀਂ ਬੈਠੇਗਾ। ਹਰਲਾਲ ਜੀ ਗਰੀਬਦਾਸ ਜੀ ਦੇ ਚਰਨਾਂ ਵਿੱਚ ਡਿੱਗ ਗਏ ਅਤੇ ਕਿਹਾ ਕਿ ਹੇ ਸੰਤ ਮਹਾਰਾਜ, ਮੈਨੂੰ ਆਪਣਾ ਸ਼ਿਸ਼ ਬਣਾ ਲਓ। ਮੈਂ ਤਾਂ ਘਰ-ਵਾਰ ਤਿਆਗ ਕੇ ਆਪ ਦੇ ਨਾਲ ਰਹਿ ਲਵਾਂਗਾ। ਮੇਰੀਆਂ ਤਾਂ ਅੱਖਾਂ ਖੁੱਲ ਗਈਆਂ। ਭਗਤੀ ਬਿਨਾਂ ਜੀਵ ਕਿੰਨਾ ਕਸ਼ਟ ਉਠਾਉਂਦਾ ਹੈ। ਸੰਤ ਗਰੀਬਦਾਸ ਜੀ ਨੇ ਇਹ ਬਾਣੀ ਬੋਲੀ, ਗਰੀਬ ਗਾੜੀ ਬਾਹੋ ਘਰ ਰਹੋ, ਖੇਤੀ ਕਰੋ ਖੁਸ਼ਹਾਲ, ਸਾਈਂ ਸਿਰ ਪਰ ਰਾਖੀਏ ਸਹੀ ਭਗਤ ਹਰਲਾਲ। ਭਾਵ ਅਰਥ, ਪਰਮਾਤਮਾ ਪ੍ਰਾਪਤੀ ਦੇ ਲਈ ਘਰ ਤਿਆਗਣ ਦੀ ਜ਼ਰੂਰਤ ਨਹੀਂ ਹੈ। ਆਪਣਾ ਖੇਤੀ ਦਾ ਕਾਰਜ ਤੇ ਗੱਡੀ ਬਹਾਉਣ ਯਾਨੀ ਟਰਾਂਸਪੋਰਟ ਦਾ ਕਾਰਜ ਖੁਸ਼ੀ-ਖੁਸ਼ੀ ਕਰੋ। ਕਰ ਰਹੋ ਪਰਮਾਤਮਾ ਦੀ ਭਗਤੀ, ਜੋ ਮੈਂ ਦੱਸਾਂ ਉਹ ਕਰਦੇ ਰਹੋ, ਆਪ ਸਹੀ ਭਗਤ ਕਹਾਓਗੇ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 52। गरीब नाम उठत नाम बैठत नाम सोवत जागरे, नाम खाते नाम पीते नाम सेती लागरे। ਇਹੀ ਪ੍ਰਮਾਣ ਯਜੁਰਵੇਦ ਅਧਿਆਇ 40 ਦੇ ਮੰਤਰ 15 ਵਿੱਚ ਹੈ ਕਿ ਵਾਯੂ ਅਨਿਲਮ ਅਥੀਦਮ ਅਮਰਤਮ ਪਸਮੰਤਮ ਸਰੀਰਮ ਓਮ ਕਰਤੂ ਸਮਰ ਕਿਲਵੇ ਸਮਰ ਕਰਤਮ ਸਮਰ। ਭਾਵ ਅਰਥ, ਸੰਤ ਗਰੀਬਦਾਸ ਜੀ ਨੇ ਕਿਹਾ ਕਿ ਜੋ 7 ਸਾਧਨਾ ਦੇ 7 ਮੰਤਰ ਹਨ, ਆਪ ਨੂੰ ਦੇਵਾਂਗਾ। ਉਸ ਦਾ ਜਾਪ ਖਾਂਦੇ ਪੀਂਦੇ ਜਾਗਦੇ ਸਮੇਂ ਯਾਨੀ ਸਵੇਰੇ ਸੌ ਕੇ ਉੱਠੋ, ਕੁਝ ਸਮੇਂ ਜਾਪ ਕਰੋ, ਸੌਣ ਤੋਂ ਕੁਝ ਸਮੇਂ ਪਹਿਲਾਂ ਜਾਪ ਕਰੋ, ਬੈਠਦੇ ਸਮੇਂ ਫਿਰ ਉੱਠਦੇ ਸਮੇਂ ਪਰਮਾਤਮਾ ਦਾ ਨਾਮ ਜਾਪ ਕਰੋ। ਇਸ ਪ੍ਰਕਾਰ ਘਰ ਦਾ ਕੰਮ ਵੀ ਹੁੰਦਾ ਹਾ, ਸਿਮਰਨ ਵੀ। ਜਿਵੇਂ ਪਿੰਡ ਵਿੱਚ ਦੇਖਦੇ ਹਾਂ ਕਿ ਲੋਕ ਸਾਰਾ ਦਿਨ ਤਾਸ਼ ਖੇਲਦੇ ਹਨ, ਹੁੱਕੇ ਤੇ ਵਕਤ ਜਾਇਆ ਕਰਦੇ ਹਨ, ਰਾਜਨੀਤੀ ਦੀਆਂ ਗੱਲਾਂ ਜਾਂ ਕਿਸੇ ਵਿਅਕਤੀ ਦੀ ਨਿੰਦਾ ਦੀ ਚਰਚਾ ਜਾਂ ਸਾਂਗ ਸਿਨੇਮਾ ਦੇਖਣ ਵਿੱਚ ਸਮੇਂ ਨਸ਼ਟ ਕਰਦੇ ਹਨ। ਉਸ ਸਮੇਂ ਨੂੰ ਪਰਮਾਤਮਾ ਭਗਤੀ ਤੇ ਸਤਸੰਗ ਚਰਚਾ ਸੁਣਨ ਵਿੱਚ ਸਦ ਉਪਯੋਗ ਕਰਨ ਤਾਂ ਮੋਕਸ਼ ਸੰਭਵ ਹੈ। ਸ੍ਰੀ ਹਰਲਾਲ ਜੱਟ ਜੀ ਦੀਖਿਆ ਲੈ ਕੇ ਘਰ ਆਇਆ, ਘਰਵਾਲਿਆਂ ਨੂੰ ਸਾਰੀ ਗੱਲ ਦੱਸੀ। ਉਸ ਨਕਲੀ ਬਾਬਾ ਦੀ ਯਾਦਗਾਰ ਯਾਨੀ ਸਮਾਧੀ ਤੋੜ ਸੁੱਟੀ ਅਤੇ ਪੂਰੇ ਪਰਿਵਾਰ ਨੂੰ ਛੁਡਾਨੀ ਲੈ ਗਏ। ਸੰਤ ਗਰੀਬਦਾਸ ਜੀ ਤੋਂ ਦੀਖਿਆ ਦਲਵਾਈ, ਆਪਣਾ ਤੇ ਆਪਣੇ ਪਰਿਵਾਰ ਦਾ ਕਲਿਆਣ ਕਰਵਾਇਆ। ਸੰਤ ਗਰੀਬਦਾਸ ਜੀ ਦੇ ਆਦੇਸ਼ ਨਾਲ ਉਸ ਗੋਰੇ ਬੈਲ ਨੂੰ ਕਦੀ ਗੱਡੀ ਜਾਂ ਹਲ ਵਿੱਚ ਨਹੀਂ ਜੋਤਿਆ। ਉਸ ਨੂੰ ਸਭ ਪਸ਼ੂਆਂ ਤੋਂ ਅਲੱਗ ਕਮਰੇ ਵਿੱਚ ਬੰਨ੍ਹ ਕੇ ਵਧੀਆ ਚਾਰਾ ਖਿਲਾਇਆ। ਸੰਤ ਗਰੀਬਦਾਸ ਜੀ ਨੇ ਦੱਸਿਆ ਕਿ ਇਹ ਭਗਤ ਸੀ, ਕਰਮ ਵਿਗੜਨ ਨਾਲ ਪਸ਼ੂ ਬਣਿਆ ਹੈ, ਇਸ ਤੋਂ ਕੰਮ ਨਾ ਲਓ। ਉਹ ਬੈਲ 5 ਸਾਲ ਜਿਉਂਦਾ ਰਿਹਾ। ਭਗਤ ਹਰਲਾਲ ਜੀ ਨੇ ਉਸ ਦੀ ਭਗਤ ਮੰਨ ਕੇ ਸੇਵਾ ਕੀਤੀ। ਪਰਮਾਤਮਾ ਕਬੀਰ ਜੀ ਨੇ ਆਪਣੇ ਭੁੱਲੇ ਭਟਕੇ ਭਗਤ ਦੀ ਪਸ਼ੂ ਜੀਵਨ ਵਿੱਚ ਸਹਾਇਤਾ ਕੀਤੀ। ਉਸ ਨੂੰ ਫਿਰ ਕਦੀ ਮਾਨਵ ਜਨਮ ਮਿਲਿਆ ਤਾਂ ਅਤੇ ਅੱਗੇ ਉਸ ਦੇ ਭਾਗ ਵਿੱਚ ਕੋਈ ਪੂਰਾ ਗੁਰੂ ਮਿਲਿਆ ਤਾਂ ਮੁਕਤੀ ਹੈ, ਨਹੀਂ ਤਾਂ ਫਿਰ 84 ਲੱਖ ਜੂਨੀਆਂ ਵਿੱਚ ਕਸ਼ਟ ਤਿਆਰ ਹਨ। ਭਗਤ ਹਰਲਾਲ ਦੀ ਸੰਤਾਨ ਬੇਰੀ ਵਿੱਚ ਅੱਜ ਵੀ ਇਸ ਘਟਨਾ ਦੀ ਸਾਖੀ ਹੈ। ਤੰਬਾਕੂ ਸੇਵਨ ਕਰਨਾ ਮਹਾਨ ਪਾਪ ਹੈ। ਸੰਤ ਗਰੀਬਦਾਸ ਜੀ ਨੇ ਭਗਤ ਹਰਲਾਲ ਜੀ ਨੂੰ ਕਿਹਾ ਕਿ ਆਪ ਯਾਨੀ ਜੋ ਵੀ ਦੀਖਿਆ ਲੈਂਦਾ ਹੈ, ਤੰਬਾਕੂ ਦਾ ਯਾਨੀ ਹੁੱਕਾ, ਬੀੜੀ, ਸਿਗਰੇਟ, ਚਿਲਮ ਆਦਿ ਵਿੱਚ ਪਾ ਕੇ ਵੀ ਕਦੀ ਸੇਵਨ ਨਹੀਂ ਕਰਨਾ ਤੇ ਹੋਰ ਨਸ਼ੀਲੀ ਵਸਤੂਆਂ ਦਾ ਪ੍ਰਯੋਗ ਨਾ ਕਰਨਾ। ਭਗਤ ਨੇ ਕਿਹਾ ਕਿ ਹੇ ਮਹਾਰਾਜ ਜੀ, ਤੰਬਾਕੂ ਤਾਂ ਲਗਭਗ ਸਭ ਕਿਸਾਨ ਪੀਂਦੇ ਹਨ, ਇਸ ਵਿੱਚ ਕੀ ਹਾਨੀ ਹੈ? ਉੱਤਰ ਸੰਤ ਗਰੀਬਦਾਸ ਜੀ ਨੇ ਦੱਸਿਆ ਕਿ ਆਪਨੇ ਰਾਮਾਇਣ ਤੇ ਮਹਾਭਾਰਤ ਦੀ ਕਥਾ ਤਾਂ ਸੁਣੀ ਹੋਏਗੀ, ਉਸ ਵਿੱਚ ਹੁੱਕਾ ਸੇਵਨ ਦਾ ਕਿਤੇ ਵਰਣਨ ਨਹੀਂ ਹੈ। ਤੰਬਾਕੂ ਦੀ ਉਤਪੱਤੀ ਦੱਸਾਂ ਕਿਵੇਂ ਹੋਈ ਹੈ, ਸੁਣ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤत्वदर्शी संत रामपाल जी महाराज द्वारा लिखित किताब जीने की राह दा पन्ना नंबर 53। तंबाकू दी उत्पत्ति कथा।
ਇੱਕ ਰਿਸ਼ੀ ਤੇ ਇੱਕ ਰਾਜਾ ਸਾਡੂ ਸਨ। ਇੱਕ ਦਿਨ ਰਾਜਾ ਦੀ ਰਾਣੀ ਨੇ ਆਪਣੀ ਭੈਣ ਰਿਸ਼ੀ ਦੀ ਪਤਨੀ ਦੇ ਕੋਲ ਸੰਦੇਸ਼ ਭੇਜਿਆ ਕਿ ਪੂਰਾ ਪਰਿਵਾਰ ਸਾਡੇ ਘਰ ਭੋਜਨ ਦੇ ਲਈ ਆਓ। ਮੈਂ ਆਪ ਨੂੰ ਮਿਲਣਾ ਵੀ ਚਾਹੁੰਦੀ ਹਾਂ, ਬਹੁਤ ਯਾਦ ਆ ਰਹੀ ਹੈ। ਆਪਣੀ ਭੈਣ ਦਾ ਸੰਦੇਸ਼ ਰਿਸ਼ੀ ਦੀ ਪਤਨੀ ਨੇ ਆਪਣੇ ਪਤੀ ਨਾਲ ਸਾਂਝਾ ਕੀਤਾ ਤਾਂ ਰਿਸ਼ੀ ਜੀ ਨੇ ਕਿਹਾ ਕਿ ਸਾਡੂ ਨਾਲ ਦੋਸਤੀ ਚੰਗੀ ਨਹੀਂ ਹੁੰਦੀ। ਤੇਰੀ ਭੈਣ ਸ਼ਾਨ ਦਾ ਜੀਵਨ ਜਿਉ ਰਹੀ ਹੈ। ਰਾਜਾ ਨੂੰ ਧਨ ਅਤੇ ਰਾਜ ਦੀ ਸ਼ਕਤੀ ਦਾ ਅਹੰਕਾਰ ਹੁੰਦਾ ਹੈ। ਉਹ ਸਾਨੂੰ ਸਾਡੀ ਬੇਇੱਜ਼ਤੀ ਕਰਨ ਨੂੰ ਬੁਲਾ ਰਹੇ ਹਨ, ਕਿਉਂਕਿ ਫਿਰ ਸਾਨੂੰ ਵੀ ਕਹਿਣਾ ਪਵੇਗਾ ਕਿ ਆਪ ਵੀ ਸਾਡੇ ਘਰ ਭੋਜਨ ਦੇ ਲਈ ਆਉਣਾ। ਅਸੀਂ ਉਹਨਾਂ ਜਿਹੀ ਭੋਜਨ ਵਿਵਸਥਾ ਜੰਗਲ ਵਿੱਚ ਨਹੀਂ ਕਰ ਪਾਵਾਂਗੇ। ਇਹ ਸਭ ਸਾਡੂ ਜੀ ਦਾ ਛੜਯੰਤਰ ਹੈ। ਆਪ ਦੇ ਸਾਹਮਣੇ ਆਪਣੇ ਆਪ ਨੂੰ ਮਹਾਨ ਤੇ ਮੈਨੂੰ ਗਰੀਬ ਸਿੱਧ ਕਰਨਾ ਚਾਹੁੰਦਾ ਹੈ। ਆਪ ਇਹ ਵਿਚਾਰ ਤਿਆਗ ਦੇਵੋ। ਸਾਡੇ ਨਾ ਜਾਣੇ ਵਿੱਚ ਹਿੱਤ ਹੈ। ਪਰੰਤੂ ਰਿਸ਼ੀ ਦੀ ਪਤਨੀ ਨਹੀਂ ਮੰਨੀ। ਰਿਸ਼ੀ ਅਤੇ ਪਤਨੀ ਤੇ ਪਰਿਵਾਰ ਰਾਜਾ ਦਾ ਮਹਿਮਾਨ ਬਣ ਕੇ ਚਲਿਆ ਗਿਆ। ਰਾਣੀ ਨੇ ਬਹੁਮੁੱਲ ਆਭੂਸ਼ਣ ਪਹਿਨ ਰੱਖੇ ਸਨ, ਬਹੁਮੁੱਲ ਵਸਤਰ ਪਹਿਨੇ ਹੋਏ ਸਨ। ਰਿਸ਼ੀ ਦੀ ਪਤਨੀ ਦੇ ਗਲੇ ਵਿੱਚ ਰਾਮ ਨਾਮ ਜਪਣ ਵਾਲੀ ਮਾਲਾ ਤੇ ਸਮਾਨ ਵਸਤਰ ਸਾਧਵੀ ਵਾਲੇ, ਜਿਸ ਨੂੰ ਦੇਖ ਕੇ ਦਰਬਾਰ ਦੇ ਕਰਮਚਾਰੀ ਅਧਿਕਾਰੀ ਮੁਸਕਰਾ ਰਹੇ ਸਨ ਕਿ ਇਹ ਹੈ ਰਾਜਾ ਦਾ ਸਾਡੂ। ਕਹਾਂ ਰਾਜਾ ਭੋਜ, ਕਹਾਂ ਗੰਗੂ ਤੇਲੀ। ਇਹ ਚਰਚਾ ਰਿਸ਼ੀ ਪਰਿਵਾਰ ਸੁਣ ਰਿਹਾ ਸੀ। ਭੋਜਨ ਕਰਨ ਦੇ ਪਿੱਛੋਂ ਰਿਸ਼ੀ ਦੀ ਪਤਨੀ ਨੇ ਵੀ ਕਿਹਾ ਕਿ ਆਪ ਸਾਡੇ ਇੱਥੇ ਵੀ ਇਸ ਦਿਨ ਭੋਜਨ ਕਰਨ ਆਉਣਾ। ਨਿਸ਼ਚਿਤ ਦਿਨ ਨੂੰ ਰਾਜਾ ਹਜ਼ਾਰਾਂ ਸੈਨਿਕ ਲੈ ਕੇ ਸਹਿ ਪਰਿਵਾਰ ਸਾਡੂ ਰਿਸ਼ੀ ਜੀ ਦੀ ਕੁਟੀਆ ਵਿੱਚ ਪਹੁੰਚ ਗਿਆ। ਰਿਸ਼ੀ ਜੀ ਨੇ ਸਵਰਗ ਲੋਕ ਦੇ ਰਾਜਾ ਇੰਦਰ ਨੂੰ ਨਿਵੇਦਨ ਕਰਕੇ ਇੱਕ ਕਾਮਤੇ ਨੂੰ ਯਾਨੀ ਹਰ ਇੱਛਾ ਪੂਰਤੀ ਕਰਨ ਵਾਲੀ ਗਾ, ਜਿਸ ਦੀ ਉਪਸਥਿਤੀ ਵਿੱਚ ਖਾਣ ਦੀ ਕਿਸੇ ਪਦਾਰਥ ਦੀ ਕਾਮਨਾ ਕਰਨ ਨਾਲ ਮਿਲ ਜਾਂਦਾ ਹੈ। ਇਹ ਪੌਰਾਣਿਕ ਮਾਨਤਾ ਹੈ। ਮੰਗੀ ਉਸ ਦੇ ਬਦਲੇ ਵਿੱਚ ਰਿਸ਼ੀ ਨੇ ਆਪਣੇ ਪੁੰਨ ਕਰਮ ਸੰਕਲਪ ਕੀਤੇ ਸਨ। ਇੰਦਰ ਦੇਵ ਨੇ ਇੱਕ ਕਾਮਤੇ ਨੂੰ ਤੇ ਇੱਕ ਲੰਬਾ ਚੌੜਾ ਤੰਬੂ ਯਾਨੀ ਟੈਂਟ ਭੇਜਿਆ ਅਤੇ ਕੁਝ ਸੇਵਾਦਾਰ ਵੀ ਭੇਜੇ। ਟੈਂਟ ਦੇ ਅੰਦਰ ਗਾਂ ਨੂੰ ਛੱਡ ਦਿੱਤਾ। ਰਿਸ਼ੀ ਪਰਿਵਾਰ ਨੇ ਗਊ ਮਾਤਾ ਦੀ ਆਰਤੀ ਉਤਾਰੀ, ਆਪਣੀ ਮਨੋਕਾਮਨਾ ਦੱਸੀ। ਉਸੇ ਸਮੇਂ 56 ਪ੍ਰਕਾਰ ਦੇ ਭੋਗ ਚਾਂਦੀ ਦੀਆਂ ਪਰਾਂਤਾਂ, ਟੋਕਰੀਆਂ, ਕੜਾਹੀਆਂ ਵਿੱਚ ਸਵਰਗ ਤੋਂ ਆਏ ਅਤੇ ਟੈਂਟ ਵਿੱਚ ਰੱਖੇ ਜਾਣੇ ਲੱਗੇ। ਲੱਡੂ, ਜਲੇਬੀ, ਕਚੌਰੀ, ਦਹੀਂ ਬੜੇ, ਹਲਵਾ, ਖੀਰ, ਦਾਲ, ਰੋਟੀ ਯਾਨੀ ਮੰਡੇ ਤੇ ਪੂਰੀ, ਬੂੰਦੀ, ਬਰਫੀ, ਰਸਗੁੱਲੇ ਆਦਿ ਤੋਂ ਅੱਧਾ ਏਕੜ ਦਾ ਟੈਂਟ ਭਰ ਗਿਆ। ਰਿਸ਼ੀ ਜੀ ਨੇ ਰਾਜਾ ਨੂੰ ਕਿਹਾ ਕਿ ਭੋਜਨ ਜੀਮੋ। ਰਾਜਾ ਨੇ ਬੇਇੱਜ਼ਤੀ ਕਰਨ ਦੇ ਲਈ ਕਿਹਾ ਕਿ ਮੇਰੀ ਸੈਨਾ ਵੀ ਨਾਲ ਭੋਜਨ ਖਾਏਗੀ, ਕੋੜਿਆਂ ਨੂੰ ਵੀ ਚਾਰਾ ਖਿਲਾਉਣਾ ਹੈ। ਰਿਸ਼ੀ ਜੀ ਨੇ ਕਿਹਾ ਕਿ ਪ੍ਰਭੂ ਕਿਰਪਾ ਨਾਲ ਸਭ ਵਿਵਸਥਾ ਹੋ ਜਾਏਗੀ। ਪਹਿਲਾਂ ਆਪ ਤੇ ਸੈਨਾ ਭੋਜਨ ਕਰੋ। ਰਾਜਾ ਉੱਠ ਕੇ ਭੋਜਨ ਕਰਨ ਵਾਲੇ ਸਥਾਨ ਉੱਪਰ ਗਿਆ। ਉੱਥੇ ਵੀ ਸੁੰਦਰ ਕੱਪੜੇ ਵਿਛੇ ਸਨ। ਰਾਜਾ ਦੇਖ ਕੇ ਹੈਰਾਨ ਰਹਿ ਗਿਆ। ਫਿਰ ਚਾਂਦੀ ਦੀਆਂ ਥਾਲੀਆਂ ਵਿੱਚ ਭਿੰਨ-ਭਿੰਨ ਪ੍ਰਕਾਰ ਦੇ ਭੋਜਨ ਲਿਆ ਕੇ ਸੇਵਾਦਾਰ ਰੱਖਣ ਲੱਗੇ। ਅੰਨਦੇਵ ਦੀ ਉਸਤਤੀ ਕਰਕੇ ਰਿਸ਼ੀ ਜੀ ਨੇ ਭੋਜਨ ਕਰਨ ਦੀ ਪ੍ਰਾਰਥਨਾ ਕੀਤੀ। ਰਾਜਾ ਨੇ ਦੇਖਿਆ ਕਿ ਇਸ ਦੇ ਸਾਹਮਣੇ ਤਾਂ ਮੇਰਾ ਭੋਜਨ ਭੰਡਾਰਾ ਕੁਝ ਵੀ ਨਹੀਂ ਸੀ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 54। ਮੈਂ ਤਾਂ ਕੇਵਲ ਰਿਸ਼ੀ ਪਰਿਵਾਰ ਨੂੰ ਭੋਜਨ ਕਰਾਇਆ ਸੀ। ਉਹ ਵੀ 3-4 ਪਦਾਰਥ ਬਣਾਏ ਸਨ। ਰਾਜਾ ਸ਼ਰਮ ਦੇ ਮਾਰੇ ਪਾਣੀ ਹੋ ਗਿਆ। ਖਾਣਾ ਖਾਂਦੇ ਵਕਤ ਬਹੁਤ ਪਰੇਸ਼ਾਨ ਸੀ। ਈਰਖਾ ਦੀ ਅੱਗ ਧੁਖਣ ਲੱਗਿਆ। ਬੇਇੱਜ਼ਤੀ ਮੰਨ ਲਈ। ਸਾਰੇ ਸੈਨਿਕ ਖਾਣ ਅਤੇ ਸਰਹਾਉਣ। ਰਾਜਾ ਦਾ ਖੂਨ ਜਲ ਰਿਹਾ ਸੀ। ਆਪਣੇ ਟੈਂਟ ਵਿੱਚ ਜਾ ਕੇ ਰਿਸ਼ੀ ਨੂੰ ਬੁਲਾਇਆ ਅਤੇ ਪੁੱਛਿਆ ਕਿ ਇਹ ਭੋਜਨ ਜੰਗਲ ਵਿੱਚ ਕਿਵੇਂ ਬਣਿਆ। ਨਾ ਕੋਈ ਕੜਾਹੀ ਚੱਲ ਰਹੀ ਹੈ, ਨਾ ਕੋਈ ਚੁੱਲ੍ਹਾ ਜਲ ਰਿਹਾ ਹੈ। ਰਿਸ਼ੀ ਜੀ ਨੇ ਦੱਸਿਆ ਕਿ ਮੈਂ ਆਪਣੇ ਪੁੰਨ ਤੇ ਭਗਤੀ ਦੇ ਬਦਲੇ ਸਵਰਗ ਤੋਂ ਇੱਕ ਗਾਂ ਉਧਾਰੀ ਮੰਗੀ ਹੈ। ਉਸ ਗਾਂ ਵਿੱਚ ਵਿਸ਼ੇਸ਼ਤਾ ਹੈ ਕਿ ਅਸੀਂ ਜਿੰਨਾ ਭੋਜਨ ਚਾਹੇ ਤੁਰੰਤ ਉਪਲਬਧ ਕਰਾ ਦਿੰਦੀ ਹੈ। ਰਾਜਾ ਨੇ ਕਿਹਾ ਕਿ ਮੇਰੇ ਸਾਹਮਣੇ ਉਪਲਬਧ ਕਰਾਓ ਤਾਂ ਮੈਨੂੰ ਵਿਸ਼ਵਾਸ ਹੋ। ਰਿਸ਼ੀ ਤੇ ਰਾਜਾ ਟੈਂਟ ਦੇ ਦੁਆਰ ਉੱਪਰ ਖੜੇ ਹੋ ਗਏ। ਅੰਦਰ ਕੇਵਲ ਗਾਂ ਖੜੀ ਸੀ। ਦੁਆਰ ਦੇ ਵੱਲ ਮੁਖ ਸੀ। ਟੈਂਟ ਖਾਲੀ ਸੀ ਕਿਉਂਕਿ ਸਭ ਨੇ ਭੋਜਨ ਖਾ ਲਿਆ ਸੀ। ਬਾਕੀ ਬਚਿਆ ਸਮਾਨ ਤੇ ਸੇਵਕ ਲੈ ਜਾ ਚੁੱਕੇ ਸਨ। ਗਾਂ ਨੂੰ ਰਿਸ਼ੀ ਜੀ ਦੀ ਅਨੁਮਤੀ ਦਾ ਇੰਤਜ਼ਾਰ ਸੀ। ਰਾਜਾ ਨੇ ਕਿਹਾ ਕਿ ਰਿਸ਼ੀ ਜੀ, ਇਹ ਗਾਂ ਮੈਨੂੰ ਦੇ ਦੇਵੋ। ਮੇਰੇ ਕੋਲ ਬਹੁਤ ਵੱਡੀ ਸੈਨਾ ਹੈ, ਉਸ ਦਾ ਭੋਜਨ ਇਸ ਤੋਂ ਬਣਵਾ ਲਊਂਗਾ। ਤੇਰੇ ਕਿਸ ਕੰਮ ਦੀ ਹੈ? ਰਿਸ਼ੀ ਨੇ ਕਿਹਾ, ਰਾਜਨ, ਮੈਂ ਇਹ ਗਊ ਮਾਤਾ ਉਧਾਰੀ ਲੈ ਰੱਖੀ ਹੈ, ਸਵਰਗ ਤੋਂ ਮੰਗਵਾਈ ਹੈ। ਮੈਂ ਇਸ ਦਾ ਮਾਲਿਕ ਨਹੀਂ ਹਾਂ, ਮੈਂ ਆਪ ਨੂੰ ਨਹੀਂ ਦੇ ਸਕਦਾ। ਰਾਜਾ ਨੇ ਦੂਰ ਖੜੇ ਸੈਨਿਕਾਂ ਨੂੰ ਕਿਹਾ ਕਿ ਇਸ ਗਾਂ ਨੂੰ ਲੈ ਚਲੋ। ਰਿਸ਼ੀ ਨੇ ਦੇਖਿਆ ਕਿ ਸਾਡੂ ਦੀ ਨੀਅਤ ਵਿੱਚ ਖੋਟ ਆ ਗਿਆ ਹੈ। ਉਸੇ ਸਮੇਂ ਰਿਸ਼ੀ ਜੀ ਨੇ ਗਊ ਮਾਤਾ ਨੂੰ ਕਿਹਾ ਕਿ ਗਊ ਮਾਤਾ, ਆਪ ਆਪਣੇ ਲੋਕ, ਆਪਣੇ ਧਨੀ ਸਵਰਗਰਾਜ ਇੰਦਰ ਦੇ ਕੋਲ ਜਲਦੀ ਜਾਓ। ਉਸੇ ਸਮੇਂ ਕਾਮਤੇ ਨੂੰ ਟੈਂਟ ਨੂੰ ਫਾੜ ਕੇ ਸਿੱਧੀ ਉੱਪਰ ਨੂੰ ਉੱਡ ਚੱਲੀ। ਰਾਜਾ ਨੇ ਗਾਂ ਨੂੰ ਗਿਰਾਉਣ ਦੇ ਲਈ ਗਾਂ ਦੇ ਪੈਰ ਵਿੱਚ ਤੀਰ ਮਾਰਿਆ।
ਗਾਂ ਦੇ ਪੈਰ ਤੋਂ ਖੂਨ ਵਹਿਣ ਲੱਗਾ ਅਤੇ ਪ੍ਰਿਥਵੀ ਉੱਤੇ ਡਿੱਗਣ ਲੱਗਾ। ਗਾਂ ਘਾਇਲ ਅਵਸਥਾ ਵਿੱਚ ਸਵਰਗ ਵਿੱਚ ਚਲੀ ਗਈ। ਜਿੱਥੇ-ਜਿੱਥੇ ਗਾਂ ਦਾ ਰਕਤ ਗੇਰਾ ਸੀ, ਉੱਥੇ-ਉੱਥੇ ਤੰਬਾਕੂ ਉੱਗ ਗਿਆ। ਫਿਰ ਬੀਜ ਬਣ ਕੇ ਅਨੇਕਾਂ ਪੌਦੇ ਬਣਨ ਲੱਗੇ। ਸੰਤ ਗਰੀਬਦਾਸ ਜੀ ਨੇ ਕਿਹਾ ਹੈ ਕਿ ਤਮਾ ਜਮਾ ਖੂ, ਤਮਾਖੂ, ਖੂ ਨਾਮ ਖੂਨ ਕਾ ਤਮਾ